ਜੇ ਇੱਕ ਸਿਸਟਮ ਬਣਿਆ ਉਹ ਸਿਸਟਮ ਤੋਂ ਬਾਹਰ ਜਾ ਕੇ ਨਹੀਂ, ਜੇ ਕਿਸੇ ਨੇ ਪੈਨਸ਼ਨਾਂ ਲਈਆਂ ਤਾਂ ਸਿਸਟਮ ਦੇ ਵਿੱਚ ਹੀ ਲਈਆਂ। ਕੇਜਰੀਵਾਲ ਜੀ ਦੀ ਜਿਹੜੀ ਨਜ਼ਰ ਹੈ ਉਹ ਹਮੇਸ਼ਾ ਪੀਐਮ ਦੀ ਕੁਰਸੀ ਤੇ ਰਹੀ ਹੈ। ਉੱਪਰਲੀ ਇਹਨਾਂ ਦੇ ਜਿਹੜੀ ਦਿੱਲੀ ਦੀ ਹੈਗੇ ਉਹਨਾਂ ਦੀ ਨਜ਼ਰ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਹੈ। ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਨਵਾਂ ਫੈਸਲਾ ਲਿਆ ਗਿਆ ਵਿਧਾਇਕਾਂ ਦੀ ਪੈਨਸ਼ਨ ਨੂੰ ਲੈ ਕੇ, ਉਸ 'ਤੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਰਜਿੰਦਰ ਕੌਰ ਭੱਠਲ ਮੌਜੂਦ ਨੇ ਅਤੇ ਹੋਰ ਵੀ ਕਈ ਜਿਹੜੇ ਬਰਨਿੰਗ ਇਸ਼ੂਜ਼ ਨੇ ਪੰਜਾਬ ਦੇ, ਉਹਨਾਂ 'ਤੇ ਇਹਨਾਂ ਦੀ ਜਿਹੜੀ ਰਾਏ ਆ ਜ਼ਰੂਰ ਲਵਾਂਗੇ। ਭੱਠਲ ਮੈਮ, ਸਵਾਗਤ ਹੈ ਜੀ ਪਹਿਲਾਂ ਤਾਂ ਬਾਬੂਸ਼ਾਹੀ 'ਤੇ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਬਹੁਤ ਮਿਹਰਬਾਨੀ। ਮੈਮ, ਅੱਜ ਜਿਹੜਾ ਫੈਸਲਾ ਲਿਆ ਗਿਆ ਜੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੀ ਐਮਐਲਏ ਕੋਈ ਕਿੰਨੇ ਵਾਰੀ ਰਿਹਾ ਹੋਵੇ ਉਹਨੂੰ ਇੱਕ ਟਰਮ ਦੀ ਪੈਨਸ਼ਨ ਹੈ ਜਿਹੜੀ ਉਹ ਹੁਣ ਤੋਂ ਮਿਲਿਆ ਕਰੂਗੀ, ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਲੋਕਤੰਤਰ ਦੇ ਵਿੱਚ ਜਿੱਥੇ ਸਮਝਦੇ ਹਾਂ ਅਸੀਂ ਉੱਥੇ ਚੋਣ ਹੋ ਕੇ ਐਮਐਲਏ ਐਮਪੀ ਸਰਕਾਰਾਂ ਸਟੇਟ ਦੀਆਂ ਸੈਂਟਰ ਦੀਆਂ ਬਣਦੀਆਂ। ਤੇ ਅੱਜ ਜੇ ਪੰਜਾਬ ਦੇ ਉੱਤੇ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਬਹੁਤ ਵੱਡਾ, ਜਿਹਨੂੰ ਸਾਰੀਆਂ ਪਾਰਟੀਆਂ ਦੀ ਸਰਕਾਰਾਂ ਨੇ ਖਜ਼ਾਨਾ ਖਾਲੀ, 3 ਲੱਖ ਕਰੋੜ ਦਾ ਕਰਜ਼ਾ, ਜੇ ਉਹ, ਤੇ ਇਹਦੇ ਲਈ ਜੇ ਕੋਈ ਕਦਮ ਪੱਟਿਆ ਗਿਆ ਤਾਂ ਮੈਂ ਸਮਝਦੀ ਹਾਂ ਕਿ ਉਹ ਪਹਿਲਾਂ ਇੱਥੋਂ ਹੀ ਸ਼ੁਰੂਆਤ ਹੋਣੀ ਚਾਹੀਦੀ ਸੀ। ਕਿਉਂਕਿ ਜਿਹੜੇ ਸਿਸਟਮ ਨੂੰ ਬਣਾਉਂਦੇ, ਸਿਸਟਮ ਨੂੰ ਚਲਾਉਂਦੇ ਰਹੇ ਆ ਰਾਜਨੇਤਾ ਸਾਡੇ ਜਿਹੜੇ ਹੈਗੇ ਨੇ, ਤਾਂ ਪਹਿਲੀ ਗੱਲ ਅੱਛੀ ਗੱਲ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਵਾਲੇ ਪਾਸੇ ਤੋਂ ਹੀ ਜਿਹੜੀ ਹੈਗੀ ਉਹਨਾਂ ਨੂੰ ਆਪਣਾ ਇਹ ਸੋਚ ਕੇ ਅੱਛਾ, ਸਗੋਂ ਮੈਂ ਸਮਝਦੀ ਹਾਂ ਕਿ ਕੰਟਰੀਬਿਊਟ ਜਿਹੜੇ ਕਰਦੇ ਹਾਂ ਅਸੀਂ ਆਰਥਿਕਤਾ ਦੇ ਵਿੱਚ ਸੰਜਮ ਕਰਕੇ ਕਟੌਤੀ ਕਰਕੇ ਕਰਦੇ ਹੈਗੇ ਆ, ਤਾਂ ਇਹ ਕੋਈ ਮਾੜੀ ਗੱਲ ਨਹੀਂ ਹੈ, ਠੀਕ ਹੈਗੀ ਹੈ, ਕੀਤਾ ਜਾਣਾ ਚਾਹੀਦਾ ਸੀ, ਅੱਛਾ ਹੋ ਗਿਆ, ਠੀਕ ਹੈ। ਜਿਵੇਂ ਉਹ ਗੱਲਬਾਤ ਕਰ ਰਹੇ ਸੀਗੇ ਵੀ ਬਹੁਤ ਸਾਰੇ ਐਮਐਲਏ ਜਿਹੜੇ ਕੋਈ 5 ਵਾਰੀ ਰਿਹਾ, ਕੋਈ 7 ਵਾਰੀ ਰਿਹਾ, ਸੋ ਜਦੋਂ ਉਹ ਗੱਲ ਸੁਣਦੇ ਆ ਤੇ ਉਦੋਂ ਜਿਹੜੇ ਐਸੇ ਚਿਹਰੇ, ਲਿਮਿਟਿਡ ਨੰਬਰ ਦੇ ਜਿਹੜੇ ਚਿਹਰੇ ਸਾਹਮਣੇ ਆਉਂਦੇ, ਉਹ 'ਚ ਤੁਹਾਡਾ ਵੀ ਨਾਮ ਆਉਂਦਾ ਹੈਗਾ। ਤੁਸੀਂ ਵੀ ਐਕਸ ਐਮਐਲਏ ਹੈਗੇ ਹੋ, ਤੇ ਕੀ ਸਮਝਦੇ ਹੋ ਵੀ ਮੈਮ ਕਿੰਨੀ ਕੁ ਪੈਨਸ਼ਨ ਜਿਹੜੀ ਮਿਲਦੀ ਸੀਗੀ ਤੇ ਇਹਦੇ ਨਾਲ ਕਿੰਨਾ ਕੁ ਫਰਕ ਹੈ ਜਿਹੜਾ ਪੈ ਸਕਦਾ? ਦੇਖੋ, ਜਿਹੜੀ ਹੈਗੀ ਇੱਕ ਸਿਸਟਮ ਜਾਂ ਬਣ ਜਾਂਦਾ ਕਿਸੇ ਥਾਂ ਤੇ, ਰੂਲਾਂ ਦੇ ਮੁਤਾਬਕ ਹੀ ਚੱਲਦੇ ਨੇ। ਇਹ ਵੀ ਸਾਡੀ, ਮੈਨੂੰ ਨਹੀਂ ਪਤਾ ਕੌਣ ਕੌਣ ਸੀ ਮੈਂਬਰ, ਇੱਕ ਕਮੇਟੀ ਹੁੰਦੀ ਹੈ ਵਿਧਾਨ ਸਭਾ ਦੀ, ਉਹ ਪਹਿਲਾਂ ਸਰਕਾਰ ਫੈਸਲਾ ਲੈਂਦੀ ਹੈ ਕਿ ਇਹ ਰਿਵਿਊ ਕਰਨੀ ਹੈ, ਰਿਵਿਊ ਹੁੰਦੀਆਂ ਰਹਿੰਦੀਆਂ ਪਹਿਲਾਂ ਵੀ ਪਿੱਛੋਂ ਵੀ, ਸਾਰਾ ਕੁਝ ਹੀ ਰਿਵਿਊ ਹੁੰਦਾ, ਹਰ ਸਰਕਾਰ ਦਾ ਕੰਮ ਚੱਲਦਾ ਹੈ ਚਾਹੇ ਵਿਧਾਨ ਸਭਾ ਦਾ ਹੈ। ਉਹ ਜਦੋਂ ਰਿਵਿਊ ਚੱਲਦਾ ਫਿਰ ਉਸ ਤੋਂ ਬਾਅਦ ਕੋਈ ਵਿਧਾਨ ਸਭਾ ਦੀ ਕਮੇਟੀ ਬਣਦੀ ਹੈ। ਉਹ ਕਮੇਟੀ ਸਾਰਾ ਕੁਝ, ਜਿਹਦੇ 'ਚ ਐਮਐਲਏਸ ਹੁੰਦੇ ਨੇ, ਐਮਐਲਏਸ ਹੁੰਦੇ ਆ, ਸ਼ਾਇਦ ਡਿਪਟੀ ਸਪੀਕਰ ਹੁੰਦੇ ਜਾਂ ਸਪੀਕਰ ਹੁੰਦੇ, ਮੈਨੂੰ ਨਹੀਂ ਪਤਾ, ਮੈਨੂੰ ਯਾਦ ਨਹੀਂ ਇਸ ਵੇਲੇ। ਇਹ ਸਾਰੀਆਂ ਥਾਵਾਂ ਤੋਂ ਦੇਖ ਕੇ ਕੋਈ ਤੈਅ ਕੀਤਾ ਜਾਂਦਾ ਹੈ, ਫਿਰ ਉਹ ਪਾਸ ਹੁੰਦਾ ਵਿਧਾਨ ਸਭਾ ਦੇ ਵਿੱਚ। ਅੱਜ ਹੁਣ ਜਿਵੇਂ ਸਰਕਾਰ ਨੇ ਇਹ ਕੀਤਾ ਹੈਗਾ, ਸਰਕਾਰੀ ਕੈਬਨਿਟ ਦਾ ਫੈਸਲਾ ਆ ਗਿਆ, ਜੇ ਨਹੀਂ ਸੈਸ਼ਨ ਤਾਂ ਆਰਡੀਨੈਂਸ ਲੈ ਆਉਣਗੇ, ਅਗਲੇ ਸੈਸ਼ਨ 'ਚ ਲਿਆਉਣ ਦੀ ਲੋੜ ਪਈ ਤਾਂ ਫਿਰ ਲੈ ਆਉਣਗੇ ਆ ਕੇ। ਸੋ ਇਹ ਸਮੇਂ-ਸਮੇਂ ਤਬਦੀਲ ਹੁੰਦਾ ਰਹਿੰਦਾ ਹੈਗਾ। ਜੇ ਇੱਕ ਸਿਸਟਮ ਬਣਿਆ ਉਹ ਸਿਸਟਮ ਤੋਂ ਬਾਹਰ ਜਾ ਕੇ ਨਹੀਂ, ਜੇ ਕਿਸੇ ਨੇ ਪੈਨਸ਼ਨਾਂ ਲਈਆਂ ਤਾਂ ਸਿਸਟਮ ਦੇ ਵਿੱਚ ਹੀ ਲਈਆਂ। ਜੋ ਸਿਸਟਮ ਬਣਿਆ ਜਿਹਦੇ ਤੇ ਵਿਧਾਨ ਸਭਾ ਦੀ ਮੋਹਰ ਲੱਗੀ ਵੀ ਹੈ ਉਹਦੇ ਮੁਤਾਬਕ ਹੀ ਲਿਆ ਨਾ। ਉਹ ਤਾਂ ਸਿਸਟਮ ਕੋਈ ਵੀ ਏ ਬੀ ਸੀ ਜਿਹੜਾ ਹੋਊਗਾ ਉਸ ਟਰਮ ਦੇ ਮੁਤਾਬਕ ਆਉਂਦਾ ਹੋ ਕੀਤਾ, ਉਹਦਾ ਬੈਨੀਫਿਟ ਲੈਂਦਾ ਹੀ ਰਿਹਾ ਹੋਵੇਗਾ। ਹਰ ਇੱਕ ਨੇ ਲੈਣਾ, ਕੋਈ ਇਹ ਨਹੀਂ ਕਿ ਫਲਾਣੇ ਨੇ ਲਿਆ ਤੇ ਉਹ ਕਹਿੰਦੇ ਆ, ਜਿਹੜਾ ਵੀ ਉਹ ਸਿਸਟਮ ਚਾਹੂ ਨੇ ਲੈਣਾ। ਅੱਜ ਉਹ ਸਿਸਟਮ ਇਹਨਾਂ ਨੇ ਬੰਦ ਕੀਤਾ, ਮੈਂ ਸਮਝਦੀ ਹਾਂ ਠੀਕ ਕੀਤਾ ਹੈਗਾ। ਬਲਕਿ ਹੋਰ ਵੀ ਸਾਨੂੰ ਕਈ ਪਾਸਿਆਂ ਤੋਂ ਦੇਖ ਕੇ, ਜਿਵੇਂ ਕਿਹਾ ਕਿ ਚੈਲੰਜ ਹੈ ਸਾਡੇ ਸਾਹਮਣੇ ਆਰਥਿਕਤਾ ਦਾ, ਅੱਜ ਜੋ ਹਾਲ ਸਾਡੇ ਸਾਹਮਣੇ ਹੈ, ਤੇ ਹੋਰ ਵੀ ਸਾਰਿਆਂ ਥਾਵਾਂ 'ਤੇ ਮੈਂ ਤਾਂ ਇਹਦੇ ਵਿੱਚ ਇਹ ਵੀ ਸਮਝਦੀ ਹਾਂ ਕਿ ਜਿਹੜਾ ਏਅਰ ਦਾ ਬੈਨੀਫਿਟ ਫਸਟ ਕਲਾਸ ਵਿੱਚ ਜਾਣਾ, ਪਤਾ ਨਹੀਂ ਉਹਦੇ 'ਚ ਕਿਸ ਕਿਸ ਕੈਟਾਗਰੀ ਦੇ, ਜਾਂ ਮਿਨਿਸਟਰ, ਚੀਫ ਮਿਨਿਸਟਰ, ਜਾਂ ਕੋਈ ਹੋਰ ਪਤਾ ਨਹੀਂ ਕਿਹੜੀਆਂ ਕੈਟਾਗਰੀਆਂ, ਕੁਝ ਸਾਡੇ ਬਿਊਰੋਕਰੇਟਸ ਵੀ ਉਹਦੇ ਵਿੱਚ ਆਉਂਦੇ ਹੈਗੇ ਆ, ਕਿਸ ਲੈਵਲ ਦੇ ਆਉਂਦੇ ਆ। ਉਹਦੇ ਵਿੱਚ ਸਾਨੂੰ ਉਹ ਸਿਸਟਮ ਵੀ ਬੰਦ ਕਰ ਦੇਣਾ ਚਾਹੀਦਾ ਹੈ ਜਿਹਦੇ ਵਿੱਚ ਫਸਟ ਕਲਾਸ ਦੇ ਟਿਕਟਾਂ 'ਤੇ ਅਸੀਂ ਬਾਹਰ ਜਾਈਏ ਫਾਇਰਨ। ਠੀਕ ਹੈ, ਜੇ ਉਹਨਾਂ ਦੇ ਸਟੇਟਸਾਂ ਮੁਤਾਬਕ ਰੱਖਣਾ, ਸਿਕਿਉਰਿਟੀਆਂ ਹੋਰ ਚੀਜ਼ਾਂ ਵਾਸਤੇ ਉਹ ਬਿਜ਼ਨਸ ਕਲਾਸ ਹੈਗੀ ਹੈ। ਤੇ ਇਸ ਕਰਕੇ ਸਾਨੂੰ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੇ ਖਰਚਿਆਂ ਦੇ ਉੱਪਰ ਠੱਲ ਪਾਉਣੀ ਜ਼ਰੂਰੀ ਅੱਜ ਹੋ ਗਈ ਹੈ, ਹਾਲਾਤ ਬਣ ਗਏ ਹੈ। ਤੇ ਇੱਥੋਂ ਸ਼ੁਰੂਆਤ ਕੀਤੀ, ਅੱਛੀ ਗੱਲ ਹੈ ਕਿ ਹਰ ਚੀਜ਼ ਜਿਹੜੀ ਰਾਜਨੀਤੀ ਤੋਂ ਸ਼ੁਰੂ ਹੁੰਦੀ ਹੈ ਉਹ ਰਾਜਨੀਤਿਕ ਸਿਸਟਮ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਸੀ, ਠੀਕ ਹੋਈ ਹੈ। ਜਿਵੇਂ ਤੁਸੀਂ ਅੱਜ ਚਲੋ ਫੈਸਲਾ ਇਹ ਹੋਇਆ, ਪਰ ਇਸ ਤੋਂ ਪਹਿਲਾਂ ਹੀ ਬਾਦਲ ਸਾਹਿਬ ਨੇ ਐਲਾਨ ਕਰਤਾ ਸੀਗਾ ਵੀ ਉਹ ਤਾਂ ਪੈਨਸ਼ਨ ਲੈਣਗੇ ਹੀ ਨਹੀਂ, ਉਹ ਕਿਸੇ ਲੋੜਵੰਦ ਨੂੰ ਉਹਨਾਂ ਨੇ ਕਿਹਾ, ਲਿਖ ਕੇ ਦੇਤਾ ਸਪੀਕਰ ਸਾਹਿਬ ਨੂੰ ਵੀ ਮੇਰੀ ਪੈਨਸ਼ਨ ਜਿਹੜੀ ਦਿੱਤੀ ਜਾਵੇ। ਤੁਸੀਂ ਕੁਛ ਇਸ ਤਰ੍ਹਾਂ ਦਾ ਸੋਚ ਵਿਚਾਰ ਕਰ ਰਹੇ ਸੀਗੇ ਜਦੋਂ ਤੋਂ, ਮਤਲਬ ਅੱਜ ਤੋਂ ਪਹਿਲਾਂ ਤੱਕ ਤੁਹਾਡੇ ਜ਼ਿਹਨ 'ਚ ਕੋਈ ਪੈਨਸ਼ਨ ਦੇ ਬਾਰੇ ਕੋਈ ਖਿਆਲ ਆਇਆ ਸੀਗਾ, ਜਾਂ ਤੁਸੀਂ ਕੁਛ ਅਗਲਾ ਸਟੈਪ ਚੁੱਕਣ ਬਾਰੇ ਕੁਛ? ਨਹੀਂ, ਦੇਖੋ, ਮੈਂ ਜਿੱਥੋਂ ਤੱਕ, ਹਰ ਕੋਈ ਪ੍ਰਕਾਸ਼ ਸਿੰਘ ਬਾਦਲ ਨਾਲ ਨਹੀਂ ਮਿਲਾਇਆ ਜਾ ਸਕਦਾ। ਉਹਨਾਂ ਦੀ ਸਿਚੁਏਸ਼ਨ, ਉਹਨਾਂ ਦੇ ਹਾਲਾਤ, ਹੁਣ ਹਰ ਚੀਜ਼ ਦਾ ਮੈਚ ਕਿਉਂ, ਤਾਂ 5 ਵਾਰ ਮੁੱਖ ਮੰਤਰੀ ਰਹੇ ਹੈ, ਮੈਂ ਤਾਂ ਸਿਰਫ 90 ਦਿਨ ਲਈ ਰਹੀ ਹੈਗੀ ਹਾਂ। ਦੂਜੀ ਗੱਲ, ਉਹਨਾਂ ਦੀ ਆਰਥਿਕਤਾ ਕਾਰੋਬਾਰਾਂ ਦੇ ਨਾਲ ਮੇਰੇ ਕੋਲ ਮੁਕਾਬਲਾ ਹੀ ਨਹੀਂ। ਉਹ ਕਿਸ ਕੈਟਾਗਰੀ 'ਚ ਹੈ, ਅਤੇ ਮੈਂ ਤਾਂ ਇੱਕ ਸਧਾਰਨ ਪਰਿਵਾਰ 'ਚੋਂ ਆਈ ਹਾਂ, ਦੇਸ਼ ਭਗਤ ਪਰਿਵਾਰ 'ਚੋਂ ਆਈ ਹਾਂ। ਅਸੀਂ ਤਾਂ, ਇਹਨਾਂ ਨੇ ਅੱਜ ਪੈਨਸ਼ਨਾਂ ਛੱਡਣ ਦੀ ਗੱਲ ਕੀਤੀ ਹੈ,
ਮੈਂ ਜਿਸ ਪਰਿਵਾਰ ਚੋਂ ਆਈ ਹਾਂ ਉਹਨਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਜ਼ਮੀਨ ਜਾਇਦਾਦ ਗਲ ਦੇ ਕੱਪੜਿਆਂ ਨਾਲ ਸਾਰਾ ਕੁਝ ਕੁਰਬਾਨ ਕਰਕੇ 30-30 ਸਾਲ ਆਪਣੀਆਂ ਜ਼ਿੰਦਗੀਆਂ ਜੇਲ੍ਹਾਂ ਤੇ ਰੇਲਾਂ ਦੇ ਹਵਾਲੇ ਕੀਤੀਆਂ। ਇਸ ਤਰ੍ਹਾਂ ਦੇ ਬਹੁਤ ਸਾਰੇ ਦੇਸ਼ ਭਗਤ, ਇਕੱਲਾ ਭੱਠਲ ਪਰਿਵਾਰ ਨਹੀਂ, ਭੱਠਲ ਪਰਿਵਾਰ ਤਾਂ ਇੱਕ ਹੈ ਉਹਨਾਂ ਵਿੱਚੋਂ। ਅਸੀਂ ਜਿਨ੍ਹਾਂ ਪਰਿਵਾਰਾਂ ਦੇਸ਼ ਭਗਤਾਂ ਇੰਨਾ ਕੁਝ ਦਿੱਤਾ ਹੋਵੇ ਤੇ ਅੱਜ ਮੇਰੇ ਕੋਲ ਤਾਂ ਕੋਈ ਆਰਥਿਕ, ਮੈਂ ਤਾਂ ਕੋਈ ਬਹੁਤ ਵੱਡੀ ਅਮੀਰ ਹਾਂ ਨਹੀਂ, ਠੀਕ ਹੈ, ਪੈਨਸ਼ਨ ਦੇ ਸਿਰ ਤੇ ਚੱਲਦੇ ਹੈਗੇ ਆ, ਪੈਨਸ਼ਨ ਤੇ ਬੈਠੇ ਆ, ਘੱਟ ਹੈ ਸੰਜਮ ਨਾਲ ਖਾਵਾਂਗੇ, ਇੱਕ ਖਾਂਦੇ ਅੱਧੀ ਖਾਵਾਂਗੇ। ਤੇ ਲੇਕਿਨ ਮੈਂ ਇਸ ਤਰ੍ਹਾਂ ਦੀ ਕੋਈ ਵਿਚਾਰ ਨਹੀਂ ਸੀ ਰੱਖਦੀ ਕਿ ਮੈਂ ਵੀ ਆਪਣੀ ਪੈਨਸ਼ਨ, ਕਿਉਂਕਿ ਬਾਦਲ ਸਾਹਿਬ ਨੇ ਦੇਤੀ, ਮੈਂ ਵੀ ਦੇ ਦਿਆਂ ਕੇ। ਮੈਂ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੀ। ਮੈਮ, ਆਮ ਲੋਕਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਮੁਲਾਜ਼ਮਾਂ ਦੇ ਨਾਲ, ਉਹ ਕਹਿ ਰਹੇ ਵੀ ਇਸ ਵਾਰ ਇਹ ਬੜਾ ਡਿਫਰੈਂਟ ਤਰੀਕੇ ਦਾ ਐਕਸਪੀਰੀਅੰਸ ਹੋ ਰਿਹਾ ਹੈ। ਅੱਗੇ ਸਰਕਾਰਾਂ ਬਿਲਕੁਲ ਜਾਣ ਵੇਲੇ ਇਸ ਤਰੀਕੇ ਦੇ ਫੈਸਲੇ ਲੈਂਦੀਆਂ ਸੀ, ਇਹ ਪਹਿਲੀ ਵਾਰ ਹੋਇਆ ਵੀ ਸਰਕਾਰ ਆਉਣ ਸਾਰੀ ਬੈਕ ਟੂ ਬੈਕ ਵੱਡੇ ਜਿਹੜੇ ਫੈਸਲੇ ਲੈ ਰਹੀ ਹੈ, ਐਲਾਨ ਕਰ ਰਹੀ ਹੈ। ਤੁਸੀਂ ਬਿਲਕੁਲ ਹਜੇ ਜਿਹੜਾ ਛੋਟਾ ਜਿਹਾ ਕਾਰਜਕਾਲ ਹੈ, ਕੁਛ ਕੁ ਦਿਨਾਂ ਦਾ ਹੀ ਆ ਭਗਵੰਤ ਮਾਨ ਦਾ, ਬਤੌਰ ਸੀਐਮ ਕਿਵੇਂ ਦੇਖਦੇ ਹੋ? ਦੇਖੋ, ਭਗਵੰਤ ਮਾਨ ਦੀ ਵਿਅਕਤੀਗਤ, ਬੇਸ਼ੱਕ ਉਹ ਸਾਡੀ ਵਿਰੋਧੀ ਪਾਰਟੀ ਦੇ ਵਿੱਚੋਂ ਹੈਗੇ, ਮੇਰੇ ਨਾਲ ਤਾਂ ਇਲੈਕਸ਼ਨ ਵੀ ਲੜਿਆ ਹੈ ਅਸੈਂਬਲੀ ਦੀ, ਸਾਡਾ ਐਮਪੀ ਵੀ ਰਿਹਾ ਹੈਗਾ, ਸਾਡੇ ਆਪਣੇ ਉਮੀਦਵਾਰ ਖੜੇ ਸੀ ਉਹਨਾਂ ਦੇ ਮੁਕਾਬਲੇ 'ਚ। ਲੇਕਿਨ ਵਿਅਕਤੀਗਤ ਜੋ, ਕਿਉਂਕਿ ਜਿਸ ਮੈਂ ਵੀ ਪਿੰਡ ਦੀਆਂ ਗਲੀਆਂ 'ਚ ਉੱਠ ਕੇ ਆਏ ਵੀ ਹਾਂ, ਮੈਂ ਜਦੋਂ ਵਿਅਕਤੀਗਤ ਨਜ਼ਰ ਮਾਰ ਕੇ ਦੇਖਦੀ ਹਾਂ, ਇਹਦੀਆਂ ਪਹਿਲਾਂ ਕੁਝ ਗੀਤ ਲਿਖੇ ਹੁੰਦੇ ਸੀ, ਮੈਂ ਉਹ ਵੀ ਦੇਖਦੀ ਹੁੰਦੀ ਸੀ। ਇਹਦੀ ਉਸ ਗੱਲ ਦੇ ਵਿੱਚੋਂ ਇੱਕ ਪੰਜਾਬ ਦੀ ਤਰਸਦੀ ਹੋਈ ਛੋਟੇ ਲੈਵਲ ਦੀ ਗਰਾਊਂਡ, ਪਿੰਡਾਂ ਦੀਆਂ ਮੁਸ਼ਕਲਾਂ, ਔਕੜਾਂ, ਪੀੜ ਸੀਗੀ। ਔਰ ਕਈ ਸੱਚਾਈਆਂ ਜਿਹੜੀਆਂ ਸਾਡੀਆਂ ਹੈਗੀਆਂ, ਸੱਚਾਈਆਂ, ਉਸ ਸੱਚਾਈਆਂ ਦੁਆਲੇ ਘੁੰਮਦਾ ਇਹਦਾ ਦਿਮਾਗ ਸੀ। ਤੇ ਇਸ ਕਾਰਨ ਕਰਕੇ ਵਿਅਕਤੀਗਤ ਹੀ ਮੈਂ ਸਮਝਦੀ ਹਾਂ ਕਿ ਇਹਦੇ ਦਿਮਾਗ ਵਿੱਚ ਇਹੀ ਹੈਗਾ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਕਰੀਏ। ਲੇਕਿਨ ਜਿਵੇਂ ਤੁਸੀਂ ਕਿਹਾ ਕਿ ਦੂਜੀਆਂ ਸਰਕਾਰਾਂ ਬਾਅਦ ਵਿੱਚ ਕਰਦੀਆਂ ਜਾਂ ਪਹਿਲਾਂ ਇਹਨਾਂ ਨੇ ਕੀਤਾ ਹੈਗਾ, ਇਹਦੇ ਵਿੱਚ ਬਾਕੀ ਤਾਂ ਚਲੋ ਆਪੋ ਆਪਣੇ ਤਰੀਕੇ ਹੁੰਦੇ ਆ, ਹਰ ਸਰਕਾਰ ਉਸ ਤਰ੍ਹਾਂ ਹੀ ਕਰਦੀ ਹੈ ਜਿੱਦਾਂ ਉਹਨੂੰ ਸੂਟ ਕਰਦਾ ਹੁੰਦਾ ਹੈ। ਇਹਦੇ ਵਿੱਚ ਜੇ ਅਸੀਂ ਰਾਜਨੀਤਿਕ ਤੌਰ ਤੇ ਦੇਖੀਏ, ਕੋਈ ਰਾਜਨੀਤਿਕ ਲਾਹੇ ਕਰਕੇ ਤਾਂ ਨਹੀਂ ਕੁਝ ਹੋ ਰਿਹਾ। ਉਹਦੇ ਵਿੱਚ ਮੈਂ ਨਹੀਂ ਇਹ ਕਹਿੰਦੀ ਕਿ ਭਗਵੰਤ ਮਾਨ ਇਕੱਲਾ ਰਾਜਨੀਤਿਕ ਲਾਹਾ ਲੈਣਾ ਚਾਹੁੰਦਾ ਹੈ। ਇਹਦੇ ਮਨ 'ਚ ਜਿਵੇਂ ਪਹਿਲਾਂ ਦੱਸਿਆ ਕਿ ਤੜਪ ਤੇ ਭਾਵਨਾ ਵਿਅਕਤੀਗਤ ਤੌਰ ਤੇ ਦੇਖੀ ਗਈ ਹੈ। ਮੈਂ ਰਾਜਨੀਤਿਕ ਵਿਰੋਧੀ ਹੋਣ ਦੇ ਬਾਵਜੂਦ ਇਹਨੂੰ ਐਪਰੀਸ਼ੀਏਟ ਕਰਦੀ ਹਾਂ, ਇਹਦੀ ਸੋਚ ਨੂੰ। ਲੇਕਿਨ ਦੂਜੇ ਪਾਸੇ ਜਿਹੜੇ ਇਹਨਾਂ ਦੇ ਆਕਾ ਬੈਠੇ ਆ ਦਿੱਲੀ ਦੇ ਵਿੱਚ, ਜਿਹੜੇ ਚਲਾਉਂਦੇ ਆ, ਰਿਮੋਟ ਕੰਟਰੋਲ ਨਾਲ ਚਲਾਉਣਾ ਚਾਹੁੰਦੇ ਆ, ਰੱਬ ਬਖਸ਼ੇ ਇਹਨੂੰ ਉਹਨਾਂ ਤੋਂ, ਜੇ ਉਹ ਇਹਨੂੰ ਫ੍ਰੀ ਹੈਂਡ ਦੇਣ ਤੇ ਚਲਾ ਸਕੇ। ਮੇ ਵੀ ਕਿ ਉਹਨਾਂ ਦੀ ਨਜ਼ਰ ਆਉਣ ਵਾਲੀਆਂ ਜਿਹੜੀਆਂ 24 ਦੀਆਂ ਪਾਰਲੀਮੈਂਟ ਦੀਆਂ ਇਲੈਕਸ਼ਨ ਹੈ ਉਸ ਤੇ ਹੋਊਗੀ, ਕਿ ਪਾਰਲੀਮੈਂਟ ਦੀ ਇਲੈਕਸ਼ਨ ਆਉਣ ਵਾਲੀ ਹੈ। ਉਦੋਂ ਪਹਿਲਾਂ ਅਸੀਂ ਜਿਹੜੇ ਹੈਗੇ ਆ ਸਾਰੇ ਬੈਨੀਫਿਟ ਪੰਜਾਬ 'ਚ ਦੇਈਏ। ਸਰਕਾਰ ਬਣੀ ਹੈ ਕਿਉਂਕਿ ਕੇਜਰੀਵਾਲ ਜੀ ਦੀ ਜਿਹੜੀ ਨਜ਼ਰ ਹੈ ਉਹ ਹਮੇਸ਼ਾ ਪੀਐਮ ਦੀ ਕੁਰਸੀ ਤੇ ਰਹੀ ਹੈ। ਉਹਨਾਂ ਨੇ ਇੱਕ ਵਾਰ ਪਹਿਲਾਂ ਵੀ 15-20 ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦਾ ਸਾਰਾ ਕੁਝ ਸਿਸਟਮ ਸ਼ੁਰੂ ਕੀਤਾ ਸੀ। ਅੰਨਾ ਹਜ਼ਾਰੇ ਜੀ ਵੇਲੇ ਆਪ ਵਰਕਰਾਂ ਦੀ ਕਈ ਹਜ਼ਾਰਾਂ ਦੀ ਗਿਣਤੀ 'ਚ ਪੂਰੀ ਟ੍ਰੇਨਿੰਗ ਦੇ ਕੇ ਸਭ ਕੁਝ ਕਰਕੇ ਅੰਨਾ ਹਜ਼ਾਰੇ ਦੇ ਮੋਢਿਆਂ ਦੇ ਵਿੱਚ ਉਹਨਾਂ ਨੇ ਦਿੱਲੀ ਦੀ ਚੀਫ ਮਿਨਿਸਟਰੀ ਕੱਢੀ ਸੀ। ਉਸ ਅੰਦੋਲਨ ਦੇ ਵਿੱਚੋਂ ਹੁਣ ਸਾਰਿਆਂ ਥਾਵਾਂ 'ਤੇ ਸਟੇਟਾਂ 'ਚ ਆਪਣੇ ਬੰਦੇ, ਅੱਛੀ ਗੱਲ ਹੈ, ਸੋਸ਼ਲ ਮੀਡੀਆ ਰਾਹੀਂ ਚਲਾਉਣਾ, ਭੇਜਣਾ, ਟ੍ਰੇਨ ਕਰਕੇ ਉਹਨਾਂ ਦਾ ਕੈਸ਼ ਕਰਨਾ, ਤੇ ਇਹਨਾਂ ਦੀਆਂ ਗਰੰਟੀਆਂ ਦੇਣੀਆਂ ਜਿਹੜੀਆਂ ਕਹੀਆਂ, ਤੇ ਉਹ ਗਰੰਟੀਆਂ ਦੇ ਨਾਲ ਚਲੋ ਅੱਜ ਸਾਡੀ ਸਰਕਾਰ, ਭਾਵੇਂ ਮੈਂ ਨਹੀਂ ਕਹਿੰਦੀ ਕਿ ਇਕੱਲੀ ਕੇਜਰੀਵਾਲ ਜੀ ਦੀਆਂ ਗਰੰਟੀਆਂ ਕਰਕੇ ਸਰਕਾਰ ਆ ਗਈ ਹੈ, ਇਹਦੇ ਹੋਰ ਕਾਰਨ ਵੀ ਨੇ। ਲੇਕਿਨ ਇੱਥੇ ਇਹ ਲੱਗਦਾ ਹੈਗਾ ਕਿ ਉੱਪਰਲੀ ਇਹਨਾਂ ਦੇ ਜਿਹੜੀ ਦਿੱਲੀ ਦੀ ਹੈਗੇ ਉਹਨਾਂ ਦੀ ਨਜ਼ਰ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਹੈ, ਜਿਸ ਕਾਰਨ ਕਰਕੇ ਇਹ ਚਾਹੁੰਦੇ ਆ ਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਸਾਰਾ ਕੁਛ ਇਹ ਪਹਿਲਾਂ ਹੀ ਕਰੀਏ। ਸੋ ਕੰਮਾਂ ਦੀ ਤਾਂ ਤੁਸੀਂ ਸਿਫਤ ਕੀਤੀ ਹੈ। ਜਿਹੜਾ ਹੋਰ ਵੀ ਇੱਕ ਅਲੱਗ ਤਰ੍ਹਾਂ ਦਾ ਸਟਾਈਲ ਦੇਖਣ ਨੂੰ ਮਿਲਿਆ, ਪਹਿਲੇ ਦਿਨ ਤੋਂ ਗੱਲ ਕਰੀਏ, ਸਹੁੰ ਚੁੱਕ ਸਮਾਗਮ ਜਿਹੜਾ ਹੋਇਆ ਸੀ ਉਹ ਵੀ ਬੜਾ ਨਵੇਕਲਾ ਕਦਮ ਚੁੱਕਿਆ ਗਿਆ। ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਖਟਕੜ ਕਲਾਂ ਜਿਹੜਾ ਸਹੁੰ ਚੁੱਕ ਸਮਾਗਮ ਰੱਖਿਆ ਗਿਆ ਸੀ, ਉੱਥੇ ਵੱਡਾ ਇਕੱਠ ਹੋਇਆ। ਉਸ 'ਤੇ ਵੀ ਅਲੱਗ-ਅਲੱਗ ਪੋਲੀਟੀਸ਼ੀਅਨਸ ਦੇ ਅਲੱਗ-ਅਲੱਗ ਬਿਆਨ ਆਏ ਸੀ। ਤੁਸੀਂ ਉਹਨੂੰ ਕਿਵੇਂ ਦੇਖ ਰਹੇ ਸੀ? ਉਹਦੇ 'ਤੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਉਹਦੇ ਵਾਸਤੇ ਮੈਂ ਸਮਝਦੀ ਸੀ ਕਿ ਇਹ ਚੰਗੀ ਗੱਲ ਹੋਈ ਹੈ। ਕਿਉਂ ਮੈਂ ਸਮਝਦੀ ਸੀ ਚੰਗੀ ਗੱਲ ਕਹੀ ਹੈ? ਇਹ ਕੋਈ ਪਹਿਲੀ ਵਾਰ ਨਹੀਂ, ਇਹਨਾਂ ਨੇ ਭਗਤ ਸਿੰਘ ਜੀ ਦੇ ਨਾਮ ਦੇ ਉੱਤੇ ਭਗਵੰਤ ਮਾਨ ਉਹਨਾਂ ਨੇ ਇਸ ਤਰ੍ਹਾਂ ਦੀ ਸ਼ਰਧਾ ਦਿਖਾਈ ਹੈ। ਇਸ ਤੋਂ ਪਹਿਲਾਂ ਸਾਡੀ ਨਹੀਂ, ਮੈਂ ਆਪਣੀ ਗੱਲ ਕਰਦੀ ਹਾਂ, ਉਹਦੀ ਪਾਰਟੀ ਦੀ ਗੱਲ ਕਰਦੀ ਹਾਂ। ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਜਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ, ਉਹਨਾਂ ਨੇ ਵੀ ਆਪਣੀ ਸ਼ਰਧਾ ਇਸੇ ਤਰੀਕੇ ਦੇ ਨਾਲ, ਗਿਆਨੀ ਜੈਲ ਸਿੰਘ ਨੇ ਭਗਤ ਸਿੰਘ ਜੀ ਦੀ ਭੈਣ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਸੀ ਬਤੌਰ ਮੁੱਖ ਮੰਤਰੀ। ਔਰ ਇਕੱਲਾ ਉਹਨਾਂ ਨੇ ਖਿਤਾਬ ਹੀ ਨਹੀਂ ਸੀ ਦਿੱਤਾ, ਉਹਨਾਂ ਨੇ ਉਸ ਵਕਤ, ਕਿਉਂਕਿ ਉਹਨਾਂ ਨੇ ਜਾਣਾ ਹੈ, ਬੱਸਾਂ 'ਤੇ ਚੜ੍ਹਨਗੇ, ਕਿੱਥੇ ਜਾਣਗੇ, ਇੱਕ ਉਹਨਾਂ ਨੇ ਕਾਰ ਵਿਦ ਪੈਟਰੋਲ ਸਾਰਾ ਕੁਛ ਆਫਰ, ਡਰਾਈਵਰ ਸਾਰਾ ਕੁਛ ਆਫਰ ਕਰਕੇ ਕਿ ਸਾਡੀ ਪੰਜਾਬ ਮਾਤਾ ਇਹ ਆਪਣੇ ਤੌਰ 'ਤੇ ਜਾਊਗੀ। ਉਦੋਂ ਉਹ ਪਹਿਲ ਕਦਮੀ ਗਿਆਨੀ ਜੈਲ ਸਿੰਘ ਨੇ ਕੀਤੀ ਸੀ। ਦੂਜੀ ਇਹ ਜਿਹੜੀ ਪਹਿਲ ਕਦਮੀ ਕੀਤੀ ਹੈ ਭਗਵੰਤ ਮਾਨ 'ਚ ਮੈਂ ਦੇਖਿਆ ਇਹਨੇ ਕੀਤੀ ਹੈਗੀ ਹੈ, ਚੰਗੀ ਗੱਲ ਹੋਈ ਹੈ ਉਹਦੇ ਵਿੱਚ ਵੀ, ਕਿਉਂਕਿ ਇੱਕ ਕਿਸਮ ਦਾ, ਜਿਵੇਂ ਮੈਂ ਕਿਹਾ ਕਿ ਮਲਟੀ, ਜਿਵੇਂ ਕਹਿੰਦੇ ਨਾ, ਮਲਟੀ ਥੋਟਸ ਦਾ ਲੈ ਕੇ ਗੱਲ ਇਹ ਦਿਮਾਗ ਚੱਲ ਰਿਹਾ ਹੈ। ਤੇ ਇਹ ਹਰ ਥਾਂ 'ਤੇ, ਚਾਹੇ ਐਮਪੀ ਰਿਹਾ ਜਾਂ ਕਈ ਥਾਵਾਂ 'ਤੇ ਦੇਖਿਆ, ਭਗਤ ਸਿੰਘ ਜੀ ਨੂੰ ਆਈਡੀਓਲੋਜੀ ਸਮਝ ਕੇ ਚੱਲ ਰਿਹਾ ਹੈ।
ਤੇ ਜਿੱਥੇ ਕੋਈ ਵੀ ਚਾਹੇ ਭਗਵੰਤ ਮਾਨ ਹੋਵੇ ਜਾਂ ਕੋਈ ਹੋਵੇ, ਜੋ ਕਿਸੇ ਜਿਹੜਾ ਇਹਨਾਂ ਦੇ ਕਾਰਨ ਤੁਹਾਨੂੰ ਦੇਸ਼ ਮਿਲਿਆ ਜਿਹਦੇ ਤੋਂ ਤੁਸੀਂ ਆਜ਼ਾਦ ਹੋ, ਉਹਨਾਂ ਤੇ ਜਾਨਾਂ ਵਾਰ ਗਏ, ਉਸ ਦੀ ਇਡੀਓਲੋਜੀ ਅਪਣਾਉਣ ਨੂੰ ਕਿਵੇਂ ਨਿੰਦਿਆ ਜਾ ਸਕਦਾ ਹੈ? ਉਹਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਲੇਕਿਨ ਇਸ ਤੋਂ ਵੀ ਅੱਗੇ ਮੈਂ ਕਹਿੰਦੀ ਹਾਂ ਕਿ ਇਹ ਤਾਂ ਅੱਛਾ ਕੀਤਾ ਹੈ, ਲੇਕਿਨ ਇਸ ਦੇ ਨਾਲ ਇੱਥੇ ਹੀ ਬ੍ਰੇਕਾਂ ਨਾ ਲੱਗਣ। ਸਿਰਫ ਇਹੀ ਨਹੀਂ ਕਿ ਅਸੀਂ ਇੱਥੋਂ ਜਾ ਕੇ ਸਹੁੰ ਚੱਕ ਕੇ ਆਏ ਹਾਂ, ਅਸੀਂ ਉਹਨਾਂ ਦੇ ਬੁੱਤ ਲਾਉਣ ਦੀ ਗੱਲ ਕਰ ਰਹੇ ਹਾਂ, ਉਹ ਵੀ ਠੀਕ ਗੱਲ ਹੈਗੀ ਹੈ, ਲੇਕਿਨ ਇਸ ਤੋਂ ਅੱਗੇ ਪ੍ਰੈਕਟੀਕਲ ਕਦਮ ਵੀ ਰੱਖਣ ਦੀ ਲੋੜ ਹੈ। ਜਿਸ ਤਰ੍ਹਾਂ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਊਧਮ ਸਿੰਘ ਜੀ ਦਾ ਹੈ, ਤੇ ਉਹ ਸ਼ਹੀਦ ਲਾਲਾ ਲਾਜਪਤ ਰਾਏ ਜੀ, ਸੁਖਦੇਵ, ਰਾਜਗੁਰੂ, ਸਦਾ ਭਗਤ ਸਿੰਘ ਜੀ, ਸ਼ਹੀਦ ਆਜ਼ਮ, ਇਹ ਸਾਰੇ ਪਰਿਵਾਰ ਅੱਜ ਦੇਖਿਆ ਜਾਵੇ ਕਿਸ ਹਾਲਤ ਵਿੱਚ ਨੇ, ਕਿਵੇਂ ਰਹਿੰਦੇ ਨੇ। ਤੇ ਉਹਨਾਂ ਦੀ ਜਿਵੇਂ ਗਿਆਨੀ ਜੀ ਨੇ ਵੀ ਸੋਚਿਆ ਸੀ ਕਿ ਆਰਥਿਕ ਤੌਰ ਤੇ ਵੀ ਸਾਨੂੰ ਮਦਦ ਕਰਨੀ ਚਾਹੀਦੀ ਹੈਗੀ ਹੈ, ਉਹਨਾਂ ਨੂੰ ਹੱਥ ਨਾ ਅੱਡਣਾ ਪਵੇ ਕਿਸੇ ਦੇ ਅੱਗੇ। ਤੇ ਅੱਜ ਦੇਸ਼ ਦੀ ਲਈ ਉਹ ਇੱਕ ਮੈਂ ਸਮਝਦੀ ਹਾਂ ਸਾਡੇ ਲਈ ਇੱਕ ਇਹ ਅਪਮਾਨ ਵਾਲੀ, ਸਾਡੇ ਲਈ ਸ਼ਰਮ ਵਾਲੀ ਗੱਲ ਹੋਊਗੀ ਜੇ ਅੱਜ ਉਹ ਪਰਿਵਾਰ ਅਜੇ ਵੀ, ਭਾਵੇਂ ਮੈਂ ਸਮਝਦੀ ਹਾਂ ਕਿ ਸਾਡੀਆਂ ਸਰਕਾਰਾਂ ਵੀ ਇੱਥੇ ਆ ਕੇ ਗਈਆਂ, ਅਜੇ ਘੱਟ ਧਿਆਨ ਦਿੱਤਾ ਗਿਆ ਸੀ। ਉਹਨਾਂ ਦੀ ਆਰਥਿਕਤਾ ਵੱਲ ਧਿਆਨ ਦੇਣ ਦੀ ਜੇ ਇਹ ਭਾਵਨਾ ਲੈ ਕੇ ਚੱਲੇ ਆ, ਜਿਵੇਂ ਗਿਆਨੀ ਜੀ ਚੱਲੇ ਸੀ, ਅੱਜ ਭਗਵੰਤ ਮਾਨ ਲੈ ਕੇ ਚੱਲੇ ਆ, ਉਹ ਦੇਖਦੇ ਹੋਏ ਉਹਨਾਂ ਪਰਿਵਾਰਾਂ ਦੇ ਨਾਲ ਖੁਦ ਬੈਠ ਕੇ ਗੱਲ ਕਰਕੇ ਜਾਂ ਪੜਤਾਲ ਕੇ, ਕੋਈ ਮੁੱਖ ਮੰਤਰੀ ਹੈ, ਸਾਰਿਆਂ ਥਾਵਾਂ ਤੋਂ ਰਿਪੋਰਟਾਂ ਲੈ ਸਕਦੇ ਆ, ਉਹਨਾਂ ਦੀ ਆਰਥਿਕਤਾ ਦਾ ਵੀ ਸਾਰਾ ਦੇਖਦੇ ਹੋਏ ਉਹਨਾਂ ਨੂੰ ਪੂਰਾ ਆਰਥਿਕ ਤੌਰ ਤੇ ਸੈਲਫ ਡਿਪੈਂਡੈਂਟ ਕੀਤਾ ਜਾਵੇ। ਅੱਜ ਇਸ ਦੀ ਲੋੜ ਹੈਗੀ ਹੈ। ਮੈਮ, ਜਿਹੜੇ ਵੀ ਫੈਸਲੇ ਲਏ ਗਏ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ, ਇਸੇ ਤਰ੍ਹਾਂ ਦੀਆਂ ਗੱਲਾਂ ਤੁਹਾਡੀ ਸਰਕਾਰ ਵੇਲੇ ਵੀ, ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ, ਉਹਨਾਂ ਨੇ ਵੀ ਬਹੁਤ ਸਾਰੇ ਫੈਸਲੇ ਇਹਦੇ ਨਾਲ ਮਿਲਦੇ ਜੁਲਦੇ, ਚਾਹੇ ਉਹ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਹੋਵੇ, ਕੀਤੇ ਸੀਗੇ, ਪਰ ਉਦੋਂ ਇੰਪਲੀਮੈਂਟ ਨਹੀਂ ਪ੍ਰੋਪਰਲੀ ਕਰ ਪਾਏ। ਤੇ ਹੁਣ ਇਹ ਜਿਹੜੇ ਫੈਸਲੇ ਬੈਕ ਟੂ ਬੈਕ ਕਰ ਰਹੇ ਨੇ, ਲੋਕ ਇਹ ਕਹਿ ਰਹੇ ਨੇ ਵੀ ਉਹਨਾਂ ਦੀ ਮਨਸ਼ਾ ਹੀ ਨਹੀਂ ਸੀ, ਗੱਲਾਂ ਤਾਂ ਉਹ ਵੀ ਕਰਦੇ ਸੀ ਪਰ ਇਹ ਕਰਕੇ ਦਿਖਾ ਰਹੇ ਨੇ। ਤੁਸੀਂ ਵੀ ਮੰਨਦੇ ਹੋ ਵੀ ਉਸ ਉੱਥੇ ਕਮੀਆਂ ਰਹਿ ਗਈਆਂ ਜਿਹਦਾ ਕਰਕੇ ਆ ਵੀ ਅੱਜ ਜਿਹੜਾ ਹੈਗਾ ਬੈਕਫੁੱਟ ਤੇ ਆਉਣਾ ਪੈ ਗਿਆ ਪਾਰਟੀ ਨੂੰ? ਦੇਖੋ, ਇਹ ਕਹਿੰਦੇ ਕੀ ਕਹਿੰਦੇ ਨੇ, ਨਹੀਂ ਕਹਿੰਦੇ ਨੇ, ਉਹ ਤਾਂ ਆਪੋ ਆਪਣੀ ਸੋਚ ਹੁੰਦੀ ਹੈਗੀ ਹੈ। ਲੇਕਿਨ ਸਵਾਲ ਸਿਰਫ ਇਹ ਹੈਗਾ ਕਿ ਹਰ ਸਿਚੁਏਸ਼ਨ ਨੂੰ ਤੁਹਾਨੂੰ ਹਰ ਐਂਗਲ ਤੋਂ ਦੇਖਣਾ ਪਊ। ਕਿਸੇ ਤੇ ਵੀ ਇਲਜ਼ਾਮ ਜਾਂ ਉਂਗਲ ਉਠਾਉਣ ਵੇਲੇ, ਚਰਨਜੀਤ ਚੰਨੀ ਉਹਨਾਂ ਦੀ ਸਰਕਾਰ ਉਹ ਐਂਡਿੰਗ ਤੇ ਚਲਾ ਰਹੇ ਸੀਗੇ, ਉਦੋਂ ਬਾਅਦ ਇਲੈਕਸ਼ਨ ਆ ਗਈ ਸੀ ਜਲਦੀ ਨੇੜੇ, ਤੇ ਉਹਦੇ ਸਮਾਂ ਵੱਧ ਜਿਹੜੇ ਹੁੰਦੇ ਸੀਗੇ ਉਹੀ ਫੈਸਲੇ ਲਏ ਜਾ ਸਕਦੇ ਸੀ। ਭਗਵੰਤ ਸਿੰਘ ਜਿਹੜਾ ਆਪਣਾ ਭਗਵੰਤ ਮਾਨ ਹੈਗਾ, ਇਹਨਾਂ ਦੀ ਸਰਕਾਰ ਦੀ ਸ਼ੁਰੂਆਤ ਹੋਈ ਹੈ, ਉਹਨਾਂ ਦੀ ਸਰਕਾਰ ਦੀ ਐਂਡਿੰਗ ਸੀ, ਖਤਮ ਹੋ ਰਹੀ ਸੀਗੀ। ਇਸ ਕਾਰਨ ਕਰਕੇ ਮੈਂ ਭਾਵਨਾ ਕਹਿੰਦੀ ਹਾਂ ਕਿ ਭਾਵਨਾ ਚਰਨਜੀਤ ਚੰਗੀ ਨੇ ਵੀ ਲਈ ਅੱਛੇ ਸਧਾਰਨ ਗਰੀਬ ਲੋਕਾਂ ਵਾਸਤੇ, ਹਰ ਵਰਗ ਦੇ ਲੋਕਾਂ ਵਾਸਤੇ ਜਿੰਨੀਆਂ ਚੀਜ਼ਾਂ ਕਦਮ ਪੱਟੇ, ਉਹਦੀ ਤਾਰੀਫ ਕੀਤੀ ਜਾਣੀ ਚਾਹੀਦੀ ਹੈ। ਔਰ ਜੇ ਉਹ ਵਾਕਈ ਇੰਪਲੀਮੈਂਟ ਸਮਾਂ ਹੋਰ ਹੁੰਦਾ, ਜੇ ਸਾਲ ਪਹਿਲਾਂ 2 ਸਾਲ ਪਹਿਲਾਂ ਫਰਜ਼ੀਆ ਕੋਈ ਇਸ ਤਰ੍ਹਾਂ ਦੀ ਸੋਚ ਵਾਲਾ ਇਨਸਾਨ ਆਉਂਦਾ, ਲਏ ਜਾਂਦੇ, ਤਾਂ ਸ਼ਾਇਦ ਉਹ ਵੀ ਫਟਾਫਟ ਸਭ ਸਿਰੇ ਚੜ੍ਹਦੀਆਂ। ਤੇ ਮੈਂ ਜਿਵੇਂ ਕਿਹਾ ਕਿ 2-3 ਹੀ ਮੁੱਖ ਮੰਤਰੀਆਂ ਦਾ ਮੈਂ ਦੇਖਿਆ ਕਿ ਇੱਕ ਤਾਂ ਗਿਆਨੀ ਜੈਲ ਸਿੰਘ ਜੀ ਦਾ ਵੀ ਦੇਖਿਆ, ਸਰਦਾਰ ਬੇਅੰਤ ਸਿੰਘ ਜੀ ਦਾ ਵੀ ਖਿਆਲ ਇਹੀ ਸੀ ਕਿ ਨੌਜਵਾਨਾਂ ਨੂੰ ਸਭ ਨੂੰ ਅੱਗੇ ਲਿਆਂਦਾ ਜਾਵੇ, ਲੇਕਿਨ ਗਿਆਨੀ ਜੈਲ ਸਿੰਘ ਤੋਂ ਬਾਅਦ ਚਰਨਜੀਤ ਚੰਨੀ ਉਹਨਾਂ ਦਾ ਵੀ ਦੇਖਿਆ, ਤੇ ਭਗਵੰਤ ਮਾਨ ਦਾ ਮੈਂ ਦੇਖ ਰਹੀ ਹਾਂ। ਇਸ ਲਈ ਜਿਹੜਾ ਮੈਂ ਵਿੱਚ ਦੀ ਬੇਅੰਤ ਸਿੰਘ ਤੋਂ ਬਾਅਦ ਆਈ, ਮੇਰੀ ਵੀ ਸੋਚ ਇਹੀ ਸੀ, ਕਿਉਂਕਿ ਮੈਂ ਵੀ ਇਹੋ ਜਿਹੇ ਪਰਿਵਾਰਾਂ 'ਚੋਂ ਉੱਠ ਕੇ ਆਈ ਸੀਗੀ, ਲੇਕਿਨ ਮੈਨੂੰ ਵੀ ਸਿਰਫ 90 ਦਿਨ ਮਿਲੇ ਸੀਗੇ ਉਦੋਂ। ਸੋ ਜਾਣ ਵਾਲੀਆਂ ਸਰਕਾਰਾਂ ਤੇ ਆਉਣ ਵਾਲੀਆਂ ਸਰਕਾਰਾਂ ਦਾ ਜਿਹੜਾ ਹੁੰਦਾ ਉਹ ਫਰਕ ਹੁੰਦਾ ਹੈ, ਤੇ ਆਉਣ ਵਾਲਿਆਂ ਦੇ ਕੋਲ ਸਮਾਂ ਹੀ ਸਮਾਂ ਹੁੰਦਾ ਲਾਗੂ ਕਰ ਸਕਦੇ ਜੇ ਉਹ ਚਾਹੁੰਦੇ ਹੈ। ਜਾਣ ਵਾਲੇ ਚਾਹੇ ਚਾਹੁੰਦੇ ਨੇ ਲਾਗੂ ਕਰਨਾ, ਉਹ ਫਟਾਫਟ ਉਹਨਾਂ ਨੇ ਡਿਸੀਜਨ ਲੈ ਲਏ, ਪਰ ਉਹਨਾਂ ਦੇ ਹੱਥ ਵਿੱਚ ਨਹੀਂ ਹੈ ਕਿ ਉਸ ਸਮੇਂ ਨੂੰ ਹੋਰ ਵਧਾ ਲੈਣਗੇ, ਤਾਂ ਕਰਕੇ ਫਰਕ ਰਹਿ ਜਾਂਦਾ ਹੈ। ਹਰ ਇੱਕ ਨੇ, ਸਾਡੇ 2-3 ਮੁੱਖ ਮੰਤਰੀਆਂ ਨੇ ਚੰਗਾ ਸੋਚਿਆ ਸੀਗਾ। ਅੱਜ ਵੀ ਮੈਂ ਕਹਿੰਦੀ ਹਾਂ ਕਿ ਭਗਵੰਤ ਮਾਨ ਜੀ ਨੇ ਸ਼ੁਰੂਆਤ ਦੇ ਵਿੱਚ ਜੇ ਕੀਤਾ, ਤੇ ਇਹਨੂੰ ਜੇ ਇਹੀ ਸਾਰੀਆਂ ਭਾਵਨਾਵਾਂ ਲੈ ਕੇ ਇਹ ਚੱਲਦੇ ਨੇਗੇ, ਕਰਨਾ ਚਾਹੁੰਦੇ ਨੇ ਜੋ ਲੱਗਦਾ ਹੈਗਾ, ਤੇ ਇਹਨਾਂ ਦੇ ਜਿਹੜੇ ਦਿੱਲੀ ਦੇ ਵਿੱਚ ਇਹਨਾਂ ਦੀ ਸੁਪਰੀਮੋ ਬੈਠੇ ਨੇ, ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਫ੍ਰੀ ਹੈਂਡ ਦੇਣਾ। ਮੈਨੂੰ ਕਿਉਂਕਿ ਜਿੱਥੇ ਤੱਕ ਕਈ ਇੱਕ ਦਾ ਫੈਸਲਾ ਜਿਹਦੀ ਮੈਂ ਨੁਕਤਾਚੀਨੀ ਵੀ ਕਰਨੀ ਚਾਹੂੰਗੀ ਬਾਅਦ ਦੇ ਵਿੱਚ, ਉਹ ਜਿਹੜੇ ਹੈਗੇ ਨੇ ਉਹ ਉਹਨਾਂ ਤੋਂ ਇਵੇਂ ਜਿਵੇਂ ਜਿਹੜੀ ਦਿੱਲੀ ਦੀ ਸਾਡੀ ਸਰਕਾਰ ਹੈ, ਮੋਦੀ ਜੀ ਦੀ ਸਰਕਾਰ ਹੈ, ਉਹਨਾਂ ਤੋਂ ਵੀ ਸਾਨੂੰ ਕਦੇ ਕੋਈ ਬਹੁਤੀ ਆਸ ਨਹੀਂ ਹੋਈ ਕਿ ਇਹ ਇਸ ਤਰ੍ਹਾਂ ਦੇ ਪੰਜਾਬ ਦੇ ਹਿੱਤ ਦੇ ਸਾਨੂੰ ਵਾਸਤੇ ਕੋਈ ਮਦਦ ਕਰਨਗੇ ਜੋ ਮੰਗ ਕੇ ਆਏ ਹੈ। ਭਗਵੰਤ ਸਿੰਘ ਜਿਹੜੇ ਆਪਣੇ ਭਗਵੰਤ ਮਾਨ ਜੀ ਜਿਹੜੇ ਆਪਣੇ ਕਹੇ ਹੈਗੇ ਕਿ ਫਾਈਨੈਂਸ਼ੀਅਲ ਪੈਕੇਜ ਦਿੱਤਾ ਜਾਵੇ 1 ਲੱਖ ਕਰੋੜ ਦਾ ਟੋਟਲ 2 ਸਾਲਾਂ ਵਾਸਤੇ, ਮੈਨੂੰ ਨਹੀਂ ਲੱਗਦਾ, ਕਿਉਂਕਿ ਉਹਨਾਂ ਦੀ ਤਾਂ ਰੁਚੀ ਹੀ ਐਂਟੀ ਪੰਜਾਬ ਰਹੀ ਹੈ, ਤੇ ਐਂਟੀ ਪੰਜਾਬ ਰਹੀ ਹੈ। ਪੰਜਾਬ ਨੂੰ ਜਦੋਂ ਬਾਰਡਰ ਸਟੇਟ ਕਰਕੇ ਅਸੀਂ ਸਹੂਲਤਾਂ ਮੰਗੀਆਂ ਸੀ ਕਿ ਸਾਨੂੰ ਵੀ ਦਿਓ, ਜੰਮੂ ਕਸ਼ਮੀਰ ਦੀ ਤਰ੍ਹਾਂ ਹੋਰ ਤਰ੍ਹਾਂ ਸਾਨੂੰ ਨਹੀਂ ਦਿੱਤੀਆਂ, ਉਹਨਾਂ ਨੇ ਇਗਨੋਰ ਕੀਤਾ। ਔਰ ਇਸ ਤਰ੍ਹਾਂ ਨਾਲ ਜਦੋਂ ਪੰਜਾਬੀਆਂ ਦੇ, ਸਾਡੇ ਕਿਸਾਨਾਂ ਦਾ ਉੱਥੋਂ ਗੁਜਰਾਤ ਦੇ ਵਿੱਚੋਂ ਉਜਾੜਾ ਕੀਤਾ, ਨਹੀਂ ਮੰਨੀ ਗਈ ਸਾਡੀ ਗੱਲ। ਸੋ ਹੁਣ ਜਦੋਂ ਸਾਡਾ ਕਿਸਾਨ ਅੰਦੋਲਨ ਚੱਲਿਆ 1.5 ਸਾਲ ਤੱਕ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਆ ਕੇ ਉਹਨੂੰ ਦਿੱਲੀ ਐਂਟਰ ਨਹੀਂ ਹੋਣ ਦਿੱਤਾ। ਇੱਕ ਆਜ਼ਾਦ ਭਾਰਤ ਦੇ ਵਿੱਚ ਸਾਡੇ ਆਪਣੇ ਕਿਸਾਨ ਨੂੰ ਜਿਹੜਾ ਅਨਾਜ ਦੇਸ਼ ਦਾ
ਸਾਰਾ ਪੇਟ ਭਰਦਾ ਰਿਹਾ ਹੈ, ਪੈਦਾ ਕਰਕੇ ਬਾਰਡਰਾਂ ਤੋਂ ਸੁਰੱਖਿਆ ਕਰਨ ਸਭ ਤੋਂ ਪਹਿਲਾਂ ਮੋਹਰੀ ਰਿਹਾ ਹੋਵੇ, ਆਜ਼ਾਦੀ ਵਿੱਚ ਮੋਹਰੀ ਰਿਹਾ ਹੋਵੇ, ਉਹਨਾਂ ਨੂੰ ਇਸ ਤਰ੍ਹਾਂ ਵੜਨ ਨਾ ਦਿੱਤਾ ਗਿਆ ਹੋਵੇ, ਨਿਰਾਦਰ ਕੀਤਾ ਹੋਵੇ, ਇਹ ਸਾਨੂੰ ਆਸ ਨਹੀਂ ਵਾਲੀ ਮੋਦੀ ਜੀ ਤੋਂ। ਤੇ ਇਸ ਕਰਕੇ ਜਿਹੜੀ ਹੈਗੀ ਹੈ ਇਹ ਕੇਜਰੀਵਾਲ ਜੀ ਨੂੰ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਥੋੜਾ ਥੋੜਾ ਇਹਨਾਂ ਦੇ ਉੱਤੇ ਵੀ ਲੱਗਦਾ ਹੈ, ਜਿਵੇਂ ਸ਼ਾਇਦ ਦਿੱਲੀ 'ਚ ਨੇੜੇ ਰਹਿਣ ਕਰਕੇ ਪੌਣ ਪਾਣੀ ਦਾ ਅਸਰ ਮੋਦੀ ਜੀ ਵਾਲਾ ਇਹਨਾਂ ਤੇ ਵੀ ਹੋ ਜਾਂਦਾ ਕਦੇ ਕਦੇ। ਉਹਨਾਂ ਮੈਨੂੰ ਨਹੀਂ ਲੱਗਦੀ ਕਿ ਇਹਨਾਂ ਦੀ ਪੰਜਾਬ ਦੇ ਨਾਲ ਉਨੀ ਰੁਚੀ ਹੋਊ ਜਿੰਨੀ ਪੰਜਾਬ 'ਚ ਵਸਣ ਵਾਲਿਆਂ ਨੂੰ, ਜਾਂ ਭਗਵੰਤ ਮਾਨ ਹੋਵੇ, ਜਾਂ ਗਿਆਨੀ ਜੀ ਸੀ, ਜਾਂ ਬਿਆਨ ਸਿੰਘ ਜੀ ਸੀ, ਜਾਂ ਚਰਨਜੀਤ ਚੰਨੀ ਸੀ, ਜਾਂ ਹੋਰ ਸੀ, ਕਿਸੇ ਵੀ ਪਾਰਟੀਆਂ ਦੇ ਹੋਣ, ਉਨੀ ਹਮਦਰਦੀ ਉਹਨਾਂ ਦੇ ਮਨ ਵਿੱਚ ਹੋ ਸਕਦੀ ਹੈ। ਅਗਲੇ ਮੁੱਦੇ ਦੀ ਗੱਲ ਕਰੀਏ ਮੈਮ, ਜਿਹੜੇ ਰਾਜ ਸਭਾ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਵੱਲੋਂ ਜਿਹੜੇ 5 ਨਵੇਂ ਚਿਹਰੇ ਆ ਉੱਥੇ ਜਾ ਰਹੇ ਨੇ, ਤੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹਨੂੰ ਉਸ 'ਤੇ ਵੀ ਬੜੀ ਕੰਟਰੋਵਰਸੀ ਹੋ ਰਹੀ ਹੈਗੀ ਹੈ। ਲੋਕ ਇਹ ਕਹਿ ਰਹੇ ਨੇ ਕਿ ਉਹਦੇ ਵਿੱਚ ਵੀ ਸਾਰੇ ਗੈਰ ਪੰਜਾਬੀ ਲਏ ਨੇ, ਕਾਫੀ ਪੋਲੀਟੀਸ਼ੀਅਨਸ ਦੇ ਇਸ 'ਤੇ ਵੀ ਬਿਆਨ ਆਏ। ਤੁਸੀਂ ਕਿਵੇਂ ਦੇਖਦੇ ਹੋ? ਲੱਗਦਾ ਹੈ ਵੀ ਜਿਵੇਂ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਵੀ ਰਿਮੋਟ ਕੰਟਰੋਲ ਹੈ, ਇਹਦੇ ਵਿੱਚ ਵੀ ਤੁਸੀਂ ਤੁਹਾਨੂੰ ਇਹ ਲੱਗਦਾ ਵੀ ਅਰਵਿੰਦ ਕੇਜਰੀਵਾਲ ਜਾਂ ਉਹ ਜਿਹੜੀ ਉੱਥੋਂ ਦੀ ਲੀਡਰਸ਼ਿਪ ਹੈ, ਸਾਰਾ ਕੁਝ ਉਹਨਾਂ ਨੇ ਦੇਖਿਆ, ਇਹਨਾਂ ਤੋਂ ਨਹੀਂ ਪੁੱਛਿਆ ਗਿਆ? ਮੈਨੂੰ ਵਾਕਈ ਇਹ ਲੱਗਦਾ ਹੈ ਕਿ ਇਹ ਡਿਸੀਜਨ ਜਿਹੜਾ ਸਾਰਾ ਹੈਗਾ ਉਹਨਾਂ ਨੇ ਆਪਣੇ ਉੱਪਰੋਂ ਫੋਰਸ ਕੀਤਾ, ਠੋਸਿਆ ਹੈਗਾ। ਕਿਉਂਕਿ ਭਾਵੇਂ ਸਾਡੇ ਲੋਕਾਂ ਨੇ 92 MLA ਜਿਤਾਏ ਪੰਜਾਬੀਆਂ ਦੀਆਂ ਵੋਟਾਂ ਨਾਲ, ਪੰਜਾਬੀਆਂ ਨੇ ਜਿਤਾ ਕੇ ਪੰਜਾਬੀ ਜਿਤਾਏ, ਤਾਂ ਕਿ ਉਹਨਾਂ ਵਿੱਚੋਂ ਜਿਹੜੇ ਅੱਗੇ ਚੁਣੇ ਜਾਣੇ ਆ ਉਹ ਪੰਜਾਬ ਦੇ ਬਾਰੇ ਗੱਲ ਕਰਨ ਵਾਲੇ ਹੋਣ, ਪੰਜਾਬ ਦੀ ਸੋਚ ਰੱਖਣ ਵਾਲੇ ਹੋਣ, ਪੰਜਾਬ ਦੇ ਬਾਰੇ ਜਾਣਕਾਰੀ ਰੱਖਣ ਹੋਣ, ਪੰਜਾਬ ਦੇ ਪਿਛੋਕੜ ਵਾਲੇ ਇਕੱਲੇ ਨਹੀਂ, ਪੰਜਾਬੀ ਬੇਸਡ ਹੋਣ, ਇਹ ਹੋਣਾ ਚਾਹੀਦਾ ਹੈ। ਲੇਕਿਨ ਇੱਥੇ ਜਿਹੜੀ ਹੈਗੀ ਹੈ, ਮੈਂ ਬਿਲਕੁਲ ਇਹਦੀ ਨਿੰਦਿਆ ਕਰਦੀ ਹਾਂ, ਤੇ ਇਹ ਬਿਲਕੁਲ ਠੀਕ ਨਹੀਂ ਹੋਇਆ। ਇਨਜਸਟਿਸ ਹੋਇਆ ਸਾਡੇ ਨਾਲ, ਪੰਜਾਬ ਨਾਲ ਧੋਖਾ ਹੋਇਆ, ਸਾਡੇ ਪੰਜਾਬੀਆਂ ਦੀਆਂ ਵੋਟਾਂ ਦੇ ਨਾਲ, ਲੋਕਾਂ ਦੀ ਸੋਚ ਦੇ ਨਾਲ। ਔਰ ਇਹਦੇ ਵਿੱਚ ਇੱਕ ਤਾਂ ਜਿਸ ਤਰ੍ਹਾਂ ਕਈ ਤਰ੍ਹਾਂ ਦੇ ਕਿੰਤੂ ਪਰੰਤੂ, ਮੈਨੂੰ ਨਹੀਂ ਪਤਾ ਸਹੀ ਕੀ ਹੈ ਗਲਤ ਕੀ ਹੈ। ਕਈ ਵਾਰੀ ਲੱਗਦਾ ਹੈਗਾ ਕਿ ਤੇ ਇਨਕੁਆਇਰੀਆਂ ਕਰਾਓ, ਜੇ ਹੈ ਵੋ ਹੈ, ਐਸੀ ਹੈ। ਠੀਕ, ਜੇ ਕੋਈ ਆਪਣਾ ਸਪੋਰਟਸਮੈਨ ਪੰਜਾਬੀ ਜਿਵੇਂ ਕਹਿੰਦੇ ਪਾਇਓ ਬੇਸਡ ਨਹੀਂ, ਜਿਹੜਾ ਸਾਡਾ ਸਪੋਰਟਸ ਵਿੱਚੋਂ ਲਿਆ ਗਿਆ ਹੈਗਾ ਹਰਭਜਨ ਸਿੰਘ, ਤੇ ਠੀਕ ਹੈ, ਸਪੋਰਟਸ ਵਾਲੇ ਪਾਸੇ ਤੋਂ ਕੋਈ ਆਉਣਾ ਚਾਹੀਦਾ ਸੀ, ਆਇਆ। ਕੋਈ ਅੱਛਾ ਵੱਡਾ ਪੰਜਾਬੀ ਕਲਾਕਾਰ ਵੀ ਆ ਸਕਦਾ ਸੀਗਾ, ਕੋਈ ਬਹੁਤ ਅੱਛਾ ਲੇਖਕ, ਜਿਵੇਂ ਤੁਹਾਡੇ ਮੀਡੀਆ ਦੇ ਵਿੱਚ ਵੀ ਬੜੇ ਸਾਰੇ ਸਾਡੇ ਹੈਗੇ ਨੇ ਜਿਹੜੇ ਪੋਲੀਟੀਕਲੀ ਵੀ ਹਿਸਟਰੀ ਵੀ ਸਾਰੀ ਜਾਣਦੇ ਹੈਗੇ ਨੇ ਔਰ ਕੰਟਰੀਬਿਊਟ ਕਰ ਸਕਦੇ ਹੈ। ਅੱਗੇ ਵੀ ਇੱਕ ਵਾਰ ਹਮਦਰਦ ਜੀ ਵੀ ਰਹੇ ਸੀਗੇ ਮੇਰਾ ਖਿਆਲ। ਸੋ ਇਸ ਟਾਈਪ ਦੇ ਜਿਹੜੇ ਹੋਣੇ ਚਾਹੀਦੇ ਆ। ਮੈਂ ਤਾਂ ਆਹ ਸਮਝਦੀ ਹਾਂ ਕਿ ਜਿੱਥੇ ਇਹਨਾਂ ਨੇ ਭਗਤ ਸਿੰਘ ਜੀ ਦੀ ਗੱਲ ਕੀਤੀ ਹੈ, ਇਹ ਜਿਹਾ ਦੇਸ਼ ਭਗਤਾਂ ਕ੍ਰਾਂਤੀਕਾਰੀਆਂ ਦੇ ਪਰਿਵਾਰਾਂ ਵਿੱਚੋਂ ਵੀ ਇੱਕ ਹੋਣਾ ਚਾਹੀਦਾ ਸੀ, ਜਿਹਨੂੰ ਤੜਫ ਹੋਵੇ, ਜਿਹੜਾ ਪੰਜਾਬ ਦੀ ਧਰਤੀ ਤੋਂ ਉੱਠਿਆ ਬੈਠਾ ਹੋਵੇ। ਸੋ ਜਿਹੜਾ ਪੰਜਾਬ ਦੇ ਵਿੱਚ ਬੇਸਡ ਹੀ ਨਹੀਂ, ਚਾਹੇ ਉਹ ਇੰਡਸਟਰੀਲਿਸਟ ਹੈ, ਸਾਡੇ ਪੰਜਾਬ ਦੇ ਵਿੱਚ ਕਿਹੜਾ ਘੱਟ ਛੋਟੇ ਨੇ ਇੰਡਸਟਰੀਲਿਸਟ ਹੈਗੇ ਨੇ, ਵੱਡੇ ਅੱਛੇ ਸਾਰੀ ਪੂਰੀ ਨੌਲੇਜ ਰੱਖਣ ਵਾਲੇ, ਪੰਜਾਬ ਦੀ ਕੋਨੇ ਕੋਨੇ ਤੇ ਕਣ ਕਣ ਨੂੰ ਜਾਣਨ ਵਾਲੇ, ਤੇ ਪੰਜਾਬ ਦੇ ਬਾਰੇ ਜਾ ਕੇ ਉਸ ਰਾਜ ਸਭਾ 'ਚ ਇੱਥੇ ਕਾਨੂੰਨ ਬਣਦੇ ਆ ਉੱਥੇ ਬੈਠ ਕੇ ਆਪਣੀ ਰਾਏ ਰੱਖਣ ਵਾਲਾ, ਦਲੀਲ ਦੇਣ ਵਾਲਾ ਚੰਗਾ ਅੱਛਾ ਸਾਡਾ ਪੰਜਾਬੀ ਚੁਣਿਆ ਜਾਣਾ ਚਾਹੀਦੇ ਸੀ। ਤੇ ਇਹ ਜਿਹੜੇ ਵਿਚਾਰੇ ਦਿੱਲੀ ਬੇਸਡ ਨੇ, ਉਹ ਜਿੱਥੇ ਬੰਦਾ ਬੇਸਡ ਹੁੰਦਾ ਉਹਨੂੰ ਉੱਥੇ ਦੀ ਜਾਣਕਾਰੀ ਜ਼ਿਆਦਾ ਹੁੰਦੀ ਹੈ, ਉੱਥੇ ਨਾਲ ਹੀ ਹਮਦਰਦੀ ਹੁੰਦੀ ਹੈ। ਇੱਥੇ ਮੈਂ ਜ਼ਰੂਰ ਡਿਫਰ ਕਰਦੀ ਹਾਂ ਕਿ ਇਹ ਸਾਡੇ ਨਾਲ ਜਸਟਿਸ ਨਹੀਂ ਹੋਇਆ, ਇੱਥੇ ਹੋਰ ਤਰੀਕੇ ਨਾਲ ਹੋਣਾ ਚਾਹੀਦਾ ਸੀ। ਦੁਬਾਰਾ ਪੈਨਸ਼ਨ ਵਾਲੇ ਮੁੱਦੇ ਤੇ ਆਈਏ ਜੀ, ਜਿਵੇਂ ਸਭ ਤੋਂ ਪਹਿਲਾਂ ਬਾਦਲ ਸਾਹਿਬ ਦਾ ਨਾਮ ਆਉਂਦਾ ਜਦੋਂ ਇਹ ਚਰਚਾ ਹੁੰਦੀ ਹੈ ਵੀ ਕੌਣ ਸਭ ਤੋਂ ਵੱਧ ਵਾਰੀ ਰਿਹਾ। ਬਾਦਲ ਸਾਹਿਬ ਚਲੋ ਪਹਿਲਾਂ ਹੀ ਉਹਨਾਂ ਨੇ ਐਲਾਨ ਕਰਤਾ ਸੀ ਵੀ ਪੈਨਸ਼ਨ ਨਹੀਂ ਲੈਣਗੇ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ, ਉਹ ਵੀ ਲਗਾਤਾਰ MLA ਬਣਦੇ ਆ ਰਹੇ ਸੀ, ਪਰ ਇਸ ਵਾਰੀ ex-MLA ਹੋਣ ਲੱਗੇ ਸੀ। ਤੁਹਾਡੇ ਹਿਸਾਬ ਨਾਲ ਉਹਨਾਂ ਦੀ ਜੇ ਇਕੱਲੇ ਕੈਪਟਨ ਅਮਰਿੰਦਰ ਸਿੰਘ ਦੀ ਦੇਖੀ, ਕਿਉਂਕਿ ਉਹ ਕਾਫੀ ਵਾਰ ਰਹੇ ਨੇ, ਉਹਨਾਂ ਨੂੰ ਹੁਣ ਨਾ ਇੱਕ ਟਰਮ ਦੀ ਪੈਨਸ਼ਨ ਮਿਲਣ ਦੇ ਨਾਲ ਕਿੰਨਾ ਕੁ ਫਾਇਦਾ ਹੋ ਸਕਦਾ ਹੈ? ਵਿੱਤੀ ਜਿਹੜਾ ਹੈਗਾ ਬੋਝ ਕਿੰਨਾ ਘੱਟ ਸਕਦਾ ਜੀ? ਦੇਖੋ, ਕਿੰਨਾ ਬੋਝ ਘੱਟ ਸਕਦਾ ਤਾਂ ਵੱਖਰੀ ਗੱਲ ਹੈਗੀ ਹੈ। ਚਾਹੇ ਕਹਿੰਦੇ ਆ ਕਿ ਇੱਕ ਤਿਣਕੇ ਨਾਲ ਹੀ ਖੂਹ ਭਰਦਾ ਹੈ। ਸਾਨੂੰ ਜੇ ਫਾਈਨੈਂਸ਼ੀਅਲ ਅਸੀਂ ਆਪਣੇ ਰਿਸੋਰਸਿਸ ਪੈਰਾਂ 'ਤੇ ਖੜੇ ਹੋਣ ਵਾਸਤੇ ਕੁਝ ਪੈਸੇ ਲੈਣੇ ਆ, ਵੱਡੇ ਛੋਟੇ ਵੱਧ ਹੁਣ ਘੱਟ ਹੁਣ ਕਰਨੇ ਪੈਂਦੇ, ਤਾਂ ਇਹ ਤਾਂ ਇੱਕ ਡਿਸੀਜਨ ਦੀ ਗੱਲ ਹੈ, ਪਾਲਿਸੀ ਦੀ ਗੱਲ ਹੈ। ਤੇ ਇਹਦੇ ਤੇ ਬਾਦਲ ਸਾਹਿਬ ਵੀ ਤੇ ਜਾਂ ਕੈਪਟਨ ਸਾਹਿਬ ਵੀ ਜਾਂ ਮੇਰੇ ਤੋਂ ਲਾਲ ਸਿੰਘ ਵੀ ਮੈਥੋਂ ਇਹ ਅੱਗੇ ਹੈ, ਮੈਥੋਂ ਵੱਧ ਲੈਣ ਵਾਲੇ ਉਸ ਕਿਉਂਕਿ ਜ਼ਿਆਦਾ ਵਾਰ ਜਿੱਤੇ ਹੈਗੇ ਨੇ। ਸੋ ਇਸ ਤਰ੍ਹਾਂ ਹੀ ਕਰਕੇ ਸਾਰਿਆਂ ਦਾ ਜਿਵੇਂ ਥੱਲੇ ਥੱਲੇ ਚੱਲੀ ਜਾਂਦਾ ਹੈ, 2 ਵਾਰ ਕੌਣ, 1 ਵਾਰ ਕੌਣ, 3 ਵਾਰ ਕਿਵੇਂ। ਇਹ ਇੱਕ ਵਿਧਾਨ ਸਭਾ ਦੀ ਕਮੇਟੀ ਬਣਦੀ ਹੁੰਦੀ ਹੈ, ਜਿਨ੍ਹਾਂ ਨੇ ਬਣਾਇਆ ਬਸ ਸੀਗਾ, ਸ਼ਾਇਦ ਉਹ ਸਪੀਕਰ ਜਾਂ ਡਿਪਟੀ ਸਪੀਕਰ ਵੀ ਹੁੰਦੇ ਨੇ, ਸਾਰੀਆਂ ਪਾਰਟੀਆਂ ਦੇ MLAs ਹੁੰਦੇ ਨੇ। ਤੇ ਇੱਕ ਡਿਸੀਜਨ ਸੀ, ਇੱਕ ਪਾਲਿਸੀ ਬਣਾਈ ਸੀ, ਸ਼ਾਇਦ ਜਦੋਂ ਬਣਾਈ ਹੋਊ ਉਸ ਵਕਤ ਉਹਨਾਂ ਵਰਡ ਨਹੀਂ ਹੋਣਾ ਜਾਂ ਕਿਸ ਤਰ੍ਹਾਂ ਹੋਣਾ ਜਾਂ ਕਿਸ ਐਂਗਲ ਤੋਂ ਮੈਨੂੰ ਨਹੀਂ ਪਤਾ। ਲੇਕਿਨ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਪੰਜਾਬ 'ਚ ਪਾਈ ਬਚਾਉਣ ਦੀ ਜ਼ਰੂਰਤ ਹੈ। ਜਿਵੇਂ ਪਹਿਲਾਂ ਮੈਂ ਕਿਹਾ ਫਸਟ ਕਲਾਸਾਂ ਦੇ ਏਅਰ ਸਾਡੇ ਉਹ ਵੀ ਕੱਟ ਦੇਣੇ ਚਾਹੀਦੇ ਆ, ਇਹ ਵੀ ਕੀਤੇ ਆ। ਹਰ ਪਾਸੇ ਤੋਂ ਸਾਨੂੰ ਪ੍ਰੀਕਾਸ਼ਨਸ ਲੈ ਕੇ ਪੰਜਾਬ ਨੂੰ ਪੈਰਾਂ ਸਿਰ ਖੜਾ ਕਰਨਾ ਚਾਹੀਦਾ ਹੈਗਾ। ਤੇ ਇਹ ਵੱਧ ਹਿੱਸਾ ਪੈਂਦਾ ਜਾਂ ਘੱਟ ਫਾਇਦਾ ਹੁੰਦਾ, ਉਹਦੇ ਨਾਲ ਕੋਈ ਤਾਲੁਕ ਨਹੀਂ ਇਸਦਾ। ਇੱਕ ਸਿਸਟਮਿਕ ਪਾਲਿਸੀ ਦੀ ਗੱਲ ਹੈ, ਬਣਾਈ ਗਈ ਹੈ। ਜੇ ਰਾਜਨੇਤਾ ਹੀ ਅੱਗੇ ਆ ਕੇ ਰੂਲ ਕਰਦੇ ਆ ਤਾਂ ਅੱਜ ਉਹਨਾਂ ਨੂੰ ਵੀ ਮੂਹਰੇ ਆਪਣੇ ਆ ਕੇ ਕਰਨਾ ਚਾਹੀਦਾ ਵੀ ਠੀਕ ਹੈ। ਜਿਵੇਂ ਆਪਾਂ ਕਹਿੰਦੇ ਕੰਟਰੀਬਿਊਟ ਜੰਗ ਲੱਗਦੀ ਹੈ ਤਾਂ ਆਪਾਂ ਸਾਰੇ ਜੋ ਕੁਛ ਵੀ ਆਪਣੇ ਗਹਿਣੇ ਲਾ ਕੇ ਵੀ ਧਰ ਦਿੰਦੇ ਹਾਂ ਉਸ ਵਕਤ। ਅੱਜ ਇਹ ਆਰਥਿਕ ਜੰਗ ਹੈ,
ਇਹਦੇ ਵਿੱਚ ਜ਼ਰੂਰੀ ਹੈਗਾ ਕਿ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਕਾਂਗਰਸ ਪਾਰਟੀ ਜਿਹਨੂੰ ਕਿਸੇ ਵੇਲੇ ਤੁਸੀਂ ਲੀਡ ਵੀ ਕੀਤਾ ਹੈ, ਅੱਜ ਉਸ ਦਾ ਭਵਿੱਖ ਕਿਵੇਂ ਦਾ ਦੇਖਦੇ ਹੋ? ਨਾ ਸਿਰਫ ਪੰਜਾਬ ਦੇ ਵਿੱਚ, ਸੈਂਟਰ ਲੈਵਲ ਤੇ ਵੀ ਵੇਖਿਓ ਕਿ 2 ਸਾਲਾਂ ਬਾਅਦ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਨੇ। ਪਿਛਲੀ ਵਾਰ ਦੀ ਪਰਫਾਰਮੈਂਸ ਵੀ ਬਹੁਤ ਖਰਾਬ ਸੀ ਤੇ ਇਸ ਵਾਰ ਵੀ ਕੰਮ ਡਾਮਾਡੋਲ ਚੱਲ ਰਿਹਾ। ਜਿਸ ਤਰੀਕੇ ਦੇ ਸਾਰੀਆਂ ਸਟੇਟਾਂ ਦੇ ਜਿਹੜੇ ਅਸੈਂਬਲੀ ਦੇ ਰਿਜ਼ਲਟਸ ਆ ਰਹੇ ਨੇ, ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਬਹੁਤ ਸਾਰੇ ਕਾਰਨ ਹੋ ਜਾਂਦੇ ਆ, ਲੇਕਿਨ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਉਹਦੀ ਆਈਡੀਓਲੋਜੀ, ਉਹਦੀ ਪਾਲਿਸੀ, ਉਹਦੀ ਸਿਸਟਮ ਸਾਰਾ ਪਾਰਟੀ, ਉਹਦੇ ਤੇ ਕੋਈ ਉਂਗਲ ਨਹੀਂ ਠਾਈ ਜਾ ਸਕਦੀ। ਸਾਡੀ ਆਪਣਾ ਜਿਹੜੀ ਲੀਡਰਸ਼ਿਪ ਹੈ, ਸੋਨੀਆ ਜੀ ਹੈ, ਸਾਰੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ। 2 ਵਾਰ ਕਾਂਗਰਸ ਪਾਰਟੀ ਦੀ ਸਰਕਾਰ ਸਰਦਾਰ ਮਨਮੋਹਨ ਸਿੰਘ ਜੀ ਦੀ, ਸੋਨੀਆ ਜੀ ਦੀ ਲੀਡਰਸ਼ਿਪ ਥੱਲੇ ਬਣੀ ਹੈਗੀ ਹੈ। ਤੇ ਠੀਕ ਹੈ, ਪਿੱਛੇ ਕੁਛ ਉਹਨਾਂ ਦੀ ਸਿਹਤ ਵੀ ਖਰਾਬ ਰਹੀ, ਕੁਛ ਆਪਣੇ ਸਾਰੇ ਦੇਸ਼ ਦੇ ਵਿੱਚ ਸਿਹਤ ਜਿਹੜੀ ਆ ਬਿਮਾਰੀਆਂ ਕਰੋਨਾ ਦੀਆਂ ਆਈਆਂ ਉਹਨਾਂ ਕਰਕੇ ਖਰਾਬ ਰਹੀ। ਤੇ ਇਸ ਤਰ੍ਹਾਂ ਦੇ ਸਿਸਟਮਾਂ ਦੇ ਕਾਰਨ ਕੁਛ ਸਾਡੇ ਡਿਸੀਜਨ ਮੇ ਵੀ ਕਿ ਸਾਥੋਂ ਜਿਹੜੇ ਉਹਨਾਂ ਵਿੱਚ ਕੁਝ ਕਮੀ ਰਹਿ ਗਈ ਹੋਵੇ, ਜਿਹਦਾ ਰਿਵਿਊ ਕਰਨ ਦਾ ਵਕਤ ਹੈ, ਜਿਹਦੇ ਬਾਰੇ ਸਾਡੇ ਸਾਰੀ ਸੀਨੀਅਰ ਲੀਡਰਸ਼ਿਪ ਵੀ ਆਪੋ ਆਪਣੀਆਂ ਰਾਇਆਂ ਵੀ ਦੇ ਰਹੇ ਹੈ ਹਰ ਤਰੀਕੇ ਦੇ ਨਾਲ। ਤੇ ਕਾਂਗਰਸ ਪਾਰਟੀ ਵੱਡੀ ਪਾਰਟੀ ਹੈ, ਬਹੁਤ ਵਾਰੀ ਅੰਦੋਲਨਾਂ ਵਿੱਚੋਂ ਗਈ ਹੈ। ਸਾਡੀ ਆਪਣੀ ਪਾਰਟੀ 'ਚ ਅਸੀਂ ਕਿਹੜਾ 77 ਦੇ ਵਿੱਚ ਵੀ ਹਾਰ ਗਏ ਸੀ ਬੁਰੀ ਤਰ੍ਹਾਂ ਦੇ ਨਾਲ, ਕੋਈ ਸੀਟਾਂ ਨਹੀਂ ਸੀ ਸਾਨੂੰ ਆਈਆਂ। ਸੋ ਇਸ ਤਰ੍ਹਾਂ ਹੀ ਸਾਡੀਆਂ 85 ਵਿੱਚ ਵੀ ਅਸੀਂ ਹਾਰੇ ਸੀਗੇ, 84 85 ਦੇ ਵਿੱਚ। ਸੋ ਇਹ ਸਾਰੀਆਂ ਸਿਚੁਏਸ਼ਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਕਾਂਗਰਸ ਪਾਰਟੀ ਲੰਘੀ ਹੈ। ਸਾਡੀ ਪ੍ਰਾਈਮ ਮਿਨਿਸਟਰ ਇੰਦਰਾ ਜੀ ਵੀ ਹਾਰ ਗਏ ਸੀ, ਸੰਜੇ ਗਾਂਧੀ ਜੀ ਵੀ ਹਾਰ ਗਏ ਸੀ, ਕਾਂਗਰਸ ਫਿਰ ਉੱਠੀ, ਫਿਰ ਰਾਜ ਕੀਤਾ। ਸੋ ਇਸ ਕਰਕੇ ਕਾਂਗਰਸ ਨੇ ਇਸ ਤਰ੍ਹਾਂ ਦੇ ਸਿਆਸੀ ਹਾਦਸਿਆਂ 'ਚੋਂ ਨਿਕਲਣ ਦਾ ਤਜਰਬਾ ਹੈਗਾ, ਨਿਕਲੀ ਹੈ। ਔਰ ਹਰ ਵਾਰ ਆਪਣੀ ਕਿਸੇ ਜਿਹੜੀ ਕਮੀ ਰਹੀ ਹੈ, ਹਾਰ ਹੋਈ ਹੈ, ਉਹਨੂੰ ਚੈਲੰਜ ਸਮਝ ਕੇ ਲਿਆ। ਅੱਜ ਫਿਰ ਮੈਨੂੰ ਇਸ ਦੇ ਉੱਤੇ ਆਸ ਬੰਦਾ ਮੈਂ ਕਿ ਅੱਜ ਫਿਰ ਅਸੀਂ ਚੈਲੰਜ ਸਮਝ ਕੇ ਸਾਰੀ ਕਾਂਗਰਸ ਸਿਰ ਜੋੜ ਕੇ ਬੈਠ ਕੇ ਇਕੱਠੀ ਹੋ ਕੇ ਆਉਣ ਵਾਲੀਆਂ ਚੋਣਾਂ, ਜਿਹੜੀਆਂ ਪਿੱਛੇ 2 ਵਾਰ ਇਹ ਮੋਦੀ ਜੀ ਤਰ੍ਹਾਂ ਤਰ੍ਹਾਂ ਦੀਆਂ ਫਿਰਕਾ ਪ੍ਰਸਤੀ ਦੀਆਂ ਗੱਲਾਂ, ਕਈ ਹੋਰ ਇਸ ਤਰ੍ਹਾਂ ਦੇ ਇਸ਼ੂ, ਸੱਚ ਝੂਠ ਬੋਲ ਕੇ ਮੈਂ ਕਾਲਾ ਧਨ ਲੈ ਕੇ ਆਊਂ, ਮੈਂ ਫਲਾਨਾ ਲੈ ਕੇ ਆਊਂ, ਮੈਂ ਨੋਟਬੰਦੀ, ਇਹੋ ਜਿਹੀਆਂ ਗੱਲਾਂ ਕਰ ਕਰਕੇ ਗੁੰਮਰਾਹ ਕਰਕੇ ਇਹ 2 ਵਾਰ ਸਰਕਾਰ ਆਪਣੀ ਬਣਾ ਗਿਆ ਹੈ। ਪਰ ਅੱਜ ਤੁਸੀਂ ਦੇਖੋ ਕਿੰਨੀਆਂ 28 29 ਸਟੇਟਾਂ ਦੇ ਵਿੱਚ ਇਹਨਾਂ ਦੀ ਹਾਲਤ ਕੀ ਹੈਗੀ ਹੈ। ਅਸੀਂ ਠੀਕ ਹੈ ਮੰਨਿਆ, ਅਸੀਂ 4-5 ਸਟੇਟਾਂ ਜਿਹੜੀਆਂ ਹੈਗੀਆਂ ਇਹਨਾਂ ਵਿੱਚ ਅਸੀਂ ਲੂਜ਼ ਕੀਤੇ ਆ, ਲੇਕਿਨ ਬੀਜੇਪੀ ਦੀ ਹਾਲਤ ਕਈਆਂ ਥਾਵਾਂ ਤੇ ਇਹਨਾਂ ਦੇ ਕੋਲ 3-4 ਸਟੇਟਾਂ ਹੈ ਜੀ ਤੇ ਇੱਕ ਵੀ ਸੀਟ ਨਹੀਂ ਹੈਗੀ। ਕਈ ਥਾਵਾਂ ਜਿੱਥੇ ਕੰਬੀਨੇਸ਼ਨ ਇਹਨਾਂ ਦਾ ਆਟੇ 'ਚ ਨੂਣ ਦੀ ਤਰ੍ਹਾਂ ਹੈਗਾ। ਤੇ ਅੱਜ ਟੋਟਲ ਜਿਹੜੀ ਸਾਡੀ ਹੈਗੀ ਆ 16-1700 ਦੇ ਲਗਭਗ ਜਿਹੜੀਆਂ ਵਿਧਾਨ ਸਭਾਵਾਂ ਬਣਦੀਆਂ, ਉਹਨਾਂ 'ਚ ਕਿੰਨਿਆਂ ਕੁ ਦੇ ਉੱਪਰ ਇਹਨਾਂ ਦਾ ਆਪਣਾ ਹਿੱਸੇਦਾਰੀ ਹੈਗੀ ਹੈ। ਅੱਜ ਇਹਨਾਂ ਦੀ ਬੀਜੇਪੀ ਦੀ ਹਾਲਤ ਬਹੁਤ ਪਤਲੀ ਹੈ। ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ। ਸਭ ਤੋਂ ਵੱਡੀ ਦੁਸ਼ਮਣ ਇਹਨਾਂ ਦੀ ਫਿਰਕਾ ਪ੍ਰਸਤ ਸੋਚ ਹੈ। ਨੰਬਰ 2, ਇਹਨਾਂ ਦੀ ਸੋਚ ਜਿਹੜੀ ਆਪਣੀ ਵੱਡੇ ਉਦਯੋਗਪਤੀਆਂ ਦੇ ਮੁਤਾਬਕ ਹੀ ਦੇਸ਼ ਨੂੰ ਵੇਚਣ ਦੀ ਸੋਚ ਹੈ, ਉਹ ਮਾੜੀ ਹੈ। ਇਸ ਕਾਰਨਾਂ ਕਰਕੇ ਇਹ ਜਿਹੜੀ ਹੈਗੀ ਹੈ ਛੋਟੀਆਂ ਮੋਟੀਆਂ 1-2 ਸਟੇਟਾਂ ਵਿੱਚ ਜਿਵੇਂ ਯੂਪੀ ਜਾਂ ਹੋਰ, ਉੱਥੇ ਕਈ ਤਰ੍ਹਾਂ ਦੀਆਂ ਪ੍ਰਚਾਰ ਪ੍ਰਚੂਰ ਕਰਕੇ ਜਾਂ ਬੈਨੀਫਿਟ, ਟੈਂਪਰੇਰੀ ਬੈਨੀਫਿਟ ਦੇ ਕੇ ਆਮ ਤੌਰ 'ਤੇ ਉਹਨੂੰ ਗਰੀਬੀ ਬਣਾਈ ਜਾਂਦੀ ਹੈ, ਸੂਬੇ ਨੂੰ ਗਰੀਬ ਬਣਾਇਆ ਜਾਂਦਾ ਹੈ। ਅਤੇ ਕਈ ਵਾਰੀ ਛੋਟੀਆਂ ਮੋਟੀਆਂ ਗੱਲਾਂ ਦੇ ਨਾਲ ਫੈਸਲਾ ਲੈ ਗਏ ਹੈ। ਲੇਕਿਨ ਤੈਅ ਹੈ ਕਿ ਆਉਣ ਵਾਲੀਆਂ ਜਿਹੜੀਆਂ 24 ਦੀਆਂ ਇਲੈਕਸ਼ਨਾਂ ਨੇ, ਬੀਜੇਪੀ ਦਾ ਸਫਾਇਆ ਹੋਊਗਾ ਅਤੇ ਕਾਂਗਰਸ ਪਾਰਟੀ ਬਹੁਤ ਵਧੀਆ ਪੋਜੀਸ਼ਨ ਵਿੱਚ ਆਪਣੀ ਪਾਰਟੀ ਨੂੰ ਉੱਪਰ ਲੈ ਕੇ ਜਾਊਗੀ। ਆਖਰੀ ਸਵਾਲ ਜੀ, ਇਸ ਹਾਰ ਤੋਂ ਬਾਅਦ ਤੁਸੀਂ ਵੀ ਕਾਂਗਰਸ ਦੀ ਪਾਰਟੀ ਨੇ ਮੰਥਨ ਕੀਤਾ ਹੋਣਾ ਹੈ ਵੀ ਕੀ ਵਜ੍ਹਾ ਰਹਿ ਗਈ। ਕਿਤੇ ਨਾ ਕਿਤੇ ਜ਼ਹਿਨ 'ਚ ਆਉਂਦਾ ਜੀ ਵੀ ਪਿਛਲੇ 2 ਦਹਾਕਿਆਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ, ਤਾਂ ਕਾਂਗਰਸ ਹੈ ਉਦੋਂ ਹੀ ਸੱਤਾ ਦੇ ਵਿੱਚ ਆਈ ਹੈ, ਜਾਂ ਕਹਿ ਲਈਏ ਵੀ ਕੈਪਟਨ ਅਮਰਿੰਦਰ ਸਿੰਘ ਦਾ ਕਰਕੇ ਹੀ ਆਈ ਹੈ, ਉਹਨਾਂ ਦੀ ਅਗਵਾਈ ਵਿੱਚ ਹੀ ਆਈ ਹੈ। ਅਤੇ ਉਹਨਾਂ ਨੂੰ ਪਾਸੇ ਕਰਨਾ ਕਿਤੇ ਨਾ ਕਿਤੇ ਗਲਤੀ ਰਹਿ ਗਈ, ਇਹ ਰੀਅਲਾਈਜ਼ ਕਰਦੇ ਅੱਜ ਤੁਸੀਂ ਜਾਂ ਪੂਰੀ ਪਾਰਟੀ ਹੈ? ਦੇਖੋ ਜਿਹੜਾ ਅੱਜ ਦੀ ਇਲੈਕਸ਼ਨ ਹੈ, ਇਹਦੇ ਉੱਤੇ ਇਹ ਕਾਰਨ ਇਸ ਕਰਕੇ ਨਹੀਂ ਬਾਹਲੇ ਲਾਗੂ ਹੁੰਦੇ ਕਿ ਜੇ ਕੈਪਟਨ ਅਮਰਿੰਦਰ ਸਿੰਘ ਕਰਕੇ ਸਾਡੀ ਸਰਕਾਰ ਬਣੀ ਹੈ, ਸਮਝਦੇ ਹਾਂ ਕਿ ਉਹ ਹੀ ਲਿਆ ਸਕਦੇ ਸੀ, ਉਹ ਤਾਂ ਖੁਦ ਨਹੀਂ ਆ ਸਕੇ। ਉਹੀ ਕੈਪਟਨ ਸਿੰਘ ਹੈ, ਉਹੀ ਪੰਜਾਬ ਹੈ, ਉਹੀ ਹੈ ਜਿੱਥੇ 5 ਮਹੀਨੇ ਪਹਿਲਾਂ ਉਹ ਚੀਫ ਮਿਨਿਸਟਰ ਸੀਗੇ, ਜਿਹ ਤੋਂ ਤੁਸੀਂ ਲੋਕ ਕਈ ਆਸ ਕਰਦੇ ਕਿ ਸ਼ਾਇਦ ਲਿਆ ਸਕਦੇ ਸੀ। ਜਿਹੜਾ ਬੰਦਾ ਖੁਦ ਨਹੀਂ ਆ ਸਕਿਆ ਤੇ ਉਹ ਦੂਜਾ ਕੀ ਲਿਆ ਸਕਦਾ ਸੀ। ਇਸ ਵਾਰ ਕਿਸੇ ਦੇ ਲਿਆਉਣ ਦੀ ਕਾਰਨ ਨਹੀਂ ਸੀ। ਇਹ ਤਾਂ ਨਹੀਂ ਜੀ, ਲੋਕਾਂ ਨੇ ਤਾਂ ਹੀ ਨਹੀਂ ਚੁਣਿਆ ਵੀ ਉਹ ਜੇ ਕਾਂਗਰਸ 'ਚ ਰਹਿ ਕੇ ਉਹਨਾਂ ਨੂੰ ਪਸੰਦ ਕਰਦੇ ਸੀ, ਜਿਹੜੀ ਕਾਂਗਰਸ ਨੂੰ ਇੱਕ ਪਛਾਣ ਦਵਾਈ ਹੈ ਵੀ ਜੇ ਕਾਂਗਰਸ 'ਚ ਹੁੰਦੇ ਤਾਂ ਸ਼ਾਇਦ ਉਹ ਆਪ ਵੀ ਜਿੱਤ ਜਾਂਦੇ। ਇਸ ਤਰੀਕੇ ਨਾਲ ਨਹੀਂ ਹੋ ਸਕਦਾ? ਨਹੀਂ, ਇਹ ਨਹੀਂ ਗੱਲ ਹੈਗੀ। ਜਿਹੜੇ ਕਾਂਗਰਸ ਨੂੰ ਪਸੰਦ ਕਰਦੇ, ਉਹ ਕਾਂਗਰਸ ਨੂੰ ਪਸੰਦ ਕਰਦੇ ਆ ਆਈਡੀਓਲੋਜੀ ਤੌਰ ਤੇ। ਕਾਂਗਰਸ ਫਿਰਕਾ ਪ੍ਰਸਤ ਪਾਰਟੀ ਨਹੀਂ ਹੈ, ਲੋਕਾਂ ਦੀ ਪਾਰਟੀ ਹੈ, ਲੋਕਾਂ ਦੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਇਸ ਵਾਰ ਦੀ ਜਿਹੜੀ ਚੋਣ ਹੈ, ਇਹਨੂੰ ਇਹਨਾਂ ਗੱਲਾਂ ਨਾਲ ਨਹੀਂ ਤੋਲਿਆ ਜਾ ਸਕਦਾ। ਮੇਰਾ ਜੋ ਆਪਣੀ ਪਰਸਨਲ ਨਿੱਜੀ ਸੋਚ ਹੈਗੀ ਉਹ ਇਹ ਹੈ ਕਿ ਇਹਦੇ ਵਿੱਚ ਇੱਕ ਸੱਤਾ ਤਬਦੀਲੀ, ਜਿਵੇਂ ਆਮ ਹੈਗੇ ਆ ਕਿ ਅਸੀਂ ਬਦਲਾਓ, ਇੱਕ ਬਦਲਾਓ ਦਾ ਲਫ਼ਜ਼ ਸੀ, ਇਹ ਕਿੱਥੋਂ ਉੱਠਿਆ? ਮੈਂ ਜੋ ਸੈਸ ਕਰਦੀ ਹਾਂ ਕਿ ਜਿਹੜਾ ਸਾਡਾ ਕਿਸਾਨ ਅੰਦੋਲਨ ਸੀ, ਉਹਦੇ ਵਿੱਚ 1.5 ਸਾਲ ਤੱਕ ਉੱਥੇ ਬੈਠੇ ਸਾਡੇ ਨੌਜਵਾਨ ਵੀ ਬੈਠੇ, ਹੋਰ ਵੀ ਬੈਠੇ, ਉੱਥੇ ਆਮ ਡਿਸਕਸ਼ਨਾਂ, ਸਪੀਚਾਂ, ਸਾਰੀਆਂ ਗੱਲਾਂ ਹੁੰਦੀਆਂ ਸੀ, ਸਾਰੀ ਡਿਸਕਸ਼ਨ ਹੁੰਦੀ ਸੀ। ਉਹਦੇ ਵਿੱਚ ਇੱਕ ਇੱਕ ਐਸੀ ਭਾਵਨਾ ਬਣ ਗਈ ਸੀ ਕਿ ਇਸ ਵਾਰ ਰਵਾਇਤੀ ਪਾਰਟੀਆਂ ਦੇਖੀਆਂ ਹੋਈਆਂ ਅਤੇ ਆਪਾਂ ਇੱਕ ਬਦਲਾਓ ਦੇਖਣਾ।
ਉਹ ਬਦਲਾਅ ਇੱਕ ਇੰਨਾ ਰਟ ਗਿਆ ਸਾਡੀ ਯੂਥ 'ਚ ਖਾਸ ਤੌਰ ਤੇ ਕਿ ਉਹ ਬਦਲਾਅ ਵਾਲੇ ਪਾਸੇ ਲੋਕਾਂ ਦਾ ਇੱਕ ਹੜ ਹੀ ਵਗ ਪਿਆ, ਜਿਹਦੇ 'ਚ ਨਾ ਜਿਹਨੂੰ ਤੁਸੀਂ ਕਿਹਾ ਕੈਪਟਨ ਜਿਤਾ ਦਿੰਦਾ, ਨਾ ਉਹ ਬਚ ਸਕੇ, ਨਾ ਹੋਰ ਕੋਈ ਵੱਡੇ ਬਚ ਸਕੇ, ਨਾ ਛੋਟੇ ਬਚ ਸਕੇ। ਔਰ ਉਹ ਬਦਲਾਅ ਦੇ ਤੂਫਾਨ ਵਿੱਚ ਸਭ ਇਹ ਰੁੜ ਕੇ ਰਹਿ ਗਿਆ। ਇਹਦਾ ਕਾਰਨ ਇੱਕ ਇਹੀ ਹੈ ਕਿ ਇੱਕ ਵਾਰ ਬਦਲਾਅ ਕਰਕੇ ਲੋਕ ਦੇਖਣਾ ਚਾਹੁੰਦੇ ਸੀ ਤੇ ਇਸ ਕਾਰਨ ਕਰਕੇ ਇੱਥੇ ਪਾਰਟੀਆਂ ਹਾਰੀਆਂ ਤੇ ਆਪ ਦੀ ਜਿੱਤ ਹੋਈ ਹੈਗੀ ਹੈ। ਬਹੁਤ ਬਹੁਤ ਸ਼ੁਕਰੀਆ ਮੈਮ ਗੱਲਬਾਤ ਕਰਨ ਦੇ ਲਈ। ਸੋ ਬੀਬੀ ਰਜਿੰਦਰ ਕੌਰ ਭੱਠਲ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਜਿਨ੍ਹਾਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਜਿੰਨੇ ਵੀ ਜਿਹੜੇ ਕਰੰਟ ਇਸ਼ੂਜ਼ ਨੇ, ਬਰਨਿੰਗ ਇਸ਼ੂਜ਼ ਨੇ ਪੰਜਾਬ ਦੇ, ਉਹਨਾਂ ਦੇ ਉੱਪਰ ਆਪਣੀ ਰਾਏ ਸਾਂਝੀ ਕੀਤੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।